होसी पी सच चक्कर चिहन अर बरन जात अर पात नहन जेह रूप रंग अर रेख पेख को कह ना सख्त केह अचल मूर्तन भव प्रकाश अमतोज कहिजै कोट इंद्र इंद्राण साहि साहान गणिजै त्रिभुवन महीप सुर नारिया सुर नेत नेत बांतरण कहत ता सर्वनाम कथ कवन कर्म नाम वर्णत सुमत कहाँ बुद्ध प्रभुतोष हमारी वर्ण सकै महिमा जो तिहारी हम ना सख्त कर सिफत तुम्हारी आप लिहो तुम कथा सुधारी मूके उच्चर शास्त्र खाट भंग गिरन चढ़ जाए अंध लख भद्रो सुन जो काल कृपा कराए बहुत जन्म बिछुरे थे माधव यह जन्म तुम्हारे लेखे कह रवदास आस लग जीवा चिर भयो दर्शन देखे गुर सेवा ते भगत कमाई तब हे मानस देही पाई इस देही कौ सिमरह देव सो देही भज हर की सेव भजो गोबिंद भूल मत जाहो मानस जन्म का यही लाहो डंडौत बंदनन कबार सर्व कला समरथ डोलन ते राखो प्रभु नानक दे कर हाथ डोलन ते राखो प्रभु नानक दे कर हाथ सतनाम श्री वाहिगुरु साहिब जी सोरठ महला तीजा घर पहला तिहि गुणी त्रिभुवन व्याप्या भाई गुरमुख बूझ बुझाए राम नाम लग छूटिए भाई पूछो ज्ञानिया जाए तिहि गुणी त्रिभुवन व्याप्या भाई गुरमुख बूझ बुझाए राम नाम लग छूटिए भाई पूछो ज्ञानिया जाए मान रे त्रैगुण छोड़ चौथा चित लाए हर जियो तेरा मन वसै भाई सदा हर के गुण गाए रहाओ नामै ते सभी उपजे भाई नाय विसरिया मर जाए अज्ञानी जगत अंध है भाई सूते गए मुहाय गुरमुख जागे से उबरे भाई भाजल पार उतार जग में लाहा हर नाम है भाई हृदय रख्या और तार गुर शरणाई उबरे भाई राम नाम लिव लाए नानक नाव बेड़ा नाव तुलहड़ा भाई जित लग पार जन पाए गुर शरणाई उबरे भाई राम नाम लिव लाए नानक नाव बेड़ा नाव तुलहड़ा भाई जित लग पार जन पाए वाहिगुरु जी का खालसा वाहिगुरु जी की फतेह पतत पावन भगत वत्सल कृपा निधान मेहरा दे खजाने ज्योति स्वरूप गरीब नवाज पातशाह अकाल पुरख वाहिगुरु जी दे सरगुण स्वरूप जुगो जुग अटल चवर छत्र तख्त दे मालक धन धन सतगुरु श्री गुरु ग्रंथ साहब महाराज सच्चे पातशाह जी दी पावन पवित्र
ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ, ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ। ਅੰਮ੍ਰਿਤ ਵੇਲੇ ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਬਾਣੀ ਦਾ, ਗੁਰਮੰਤਰ ਦਾ ਜਾਪ ਹੋ ਰਿਹਾ ਹੈ। 5 ਬਾਣੀਆਂ ਦੇ ਨਿਤਨੇਮ ਹੋਏ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਰੋਜ਼ਾਨਾ ਦੀ ਤਰ੍ਹਾਂ ਵਾਹਿਗੁਰੂ ਮੰਤਰ ਦੇ ਜਾਪ, ਆਸਾ ਜੀ ਦੀ ਵਾਰ ਤੇ ਕੀਰਤਨ ਹੋਏ ਹਨ ਜੀ। ਵਡਭਾਗੀ ਜਨਾਂ ਨੇ ਮਹਾਰਾਜ ਜੀ ਦੇ ਦਰ ਘਰ ਦੀ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਦੀ ਕਥਾ ਰੋਜ਼ ਆਪਾਂ ਵਿਚਾਰਦੇ ਹਾਂ, ਜਿਵੇਂ ਮਹਾਰਾਜ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਅੱਜ ਵੀ ਸਰਦਾ ਭਾਵਨਾ ਨਾਲ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸ਼ਰਧਾ ਦਾ ਉਪਜਣਾ, ਫਿਰ ਉਸ ਦਾ ਤੋੜ ਚੜ ਜਾਣਾ ਵੱਡੇ ਭਾਗਾਂ ਦੀ ਨਿਸ਼ਾਨੀ ਮੰਨੀ ਗਈ ਹੈ। ਵਿਦਵਾਨ ਪੁਰਸ਼ਾਂ ਦਾ ਕਥਨ ਹੈ, ਸਰਦਾ ਵਾਨੰ ਲਭਤੇ ਗਿਆਨਾ। ਗਿਆਨ ਦੀ ਪ੍ਰਾਪਤੀ ਸਰਦਾ ਵਾਲਿਆਂ ਨੂੰ ਹੁੰਦੀ, ਖੁਸ਼ਕ ਹਿਰਦੇ ਤੇ ਗਿਆਨ ਪ੍ਰਾਪਤ ਨਹੀਂ ਹੁੰਦਾ। ਤੇ ਜੇ ਮਹਾਰਾਜ ਕਿਰਪਾ ਕਰਕੇ ਚੰਗੀ ਬੁੱਧ ਬਖਸ਼ਣ ਤਾਂ ਇਹ ਸਰਦਾ ਵਾਲੇ ਰਸਤੇ ਤੇ ਆਪਾਂ ਚੱਲ ਸਕਦੇ ਹਾਂ। ਗੁਰੂ ਸਾਹਿਬ ਜੀ ਦੇ ਬਚਨ ਨੇ, ਗੁਰਮੁਖ ਪ੍ਰਗਾਸ ਭਇਆ ਸ਼ਾਂਤ ਆਈ, ਦੁਰਮਤ ਬੁੱਧ ਨਿਵਾਰੀ। ਮੁਖੀ ਗੁਰੂ ਸਾਹਿਬ ਜੀ ਦੇ ਚਰਨ ਪਰਸਨ ਕਰਕੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ, ਫਿਰ ਮਨ ਨੂੰ ਸ਼ਾਂਤੀ ਆਉਂਦੀ ਹੈ। ਤੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਹੀ ਜਿਹੜੀ ਖੋਟੀ ਬੁੱਧੀ ਹੈ, ਜਿਹੜੀ ਦੁਰਮਤ ਹੈ, ਉਹ ਗੁਰਮਤ ਨੂੰ ਗ੍ਰਹਿਣ ਕਰਨ ਵਾਲੀ ਸ੍ਰੇਸ਼ਟ ਮੱਤ 'ਚ ਬਦਲ ਜਾਂਦੀ ਹੈ। ਹਾਰ ਪਰਿਓ ਸੁਆਮੀ ਕੇ ਦੁਆਰੇ ਤੀਜੇ ਬੁੱਧ ਵਿਵੇਕਾ। ਬਚਨ ਨੇ ਮਹਾਰਾਜ ਸਾਹਿਬ ਜੀ ਦੇ, ਕਿਰਪਾ ਕਰੋ ਤੁਸੀਂ ਸੱਚੇ ਪਾਤਸ਼ਾਹ ਜੀ, ਆਪ ਜੀ ਰਹਿਮਤ ਕਰਕੇ ਸਾਨੂੰ ਵਿਵੇਕ ਬੁੱਧੀ ਦੀ ਦਾਤ ਬਖਸ਼ੋ, ਜਿਸ ਕਰਕੇ ਸਾ ਬੁੱਧ ਦੀਜੈ ਜਿਤ ਤੁਧ ਧਿਆਈ। ਉਹ ਮੱਤ ਦਿਓ ਮਹਾਰਾਜ, ਜਿਸ ਕਰਕੇ ਅਸੀਂ ਤੁਹਾਨੂੰ ਧਿਆ ਸਕੀਏ, ਜਪ ਸਕੀਏ। ਕਿਉਂਕਿ ਸ੍ਰੇਸ਼ਟ ਮੱਤ ਤੋਂ ਬਿਨਾਂ ਸਾਧ ਸੰਗਤ ਜੀ ਮਹਾਰਾਜ ਜੀ ਦੇ ਚਰਨਾਂ 'ਚ ਪ੍ਰੇਮ ਦਾ ਬਣਨਾ ਕਠਿਨ ਹੈ। ਖੋਟੀ ਮੱਤ ਕਰਕੇ ਤਾਂ ਲੋਕ ਤਰਕਾਂ ਕਰਦੇ, ਸਗੋਂ ਗੁਰੂ ਸਾਹਿਬ ਜੀ ਤੇ ਮਹਾਰਾਜ ਜੀ ਦੇ ਸਿਧਾਂਤਾਂ ਤੇ ਕੌਤਕਾਂ ਤੇ। ਇਹ ਤਾਂ ਚੰਗੀ ਮੱਤ ਹੋਵੇ, ਫਿਰ ਕੋਈ ਸੱਚੇ ਪਾਤਸ਼ਾਹ ਜੀ ਨੂੰ ਜਾਣੇ ਵੀ ਉਹ ਸਮਰੱਥ ਨੇ, ਉਹ ਮਾਲਕ ਹਨ। ਸਾਰੇ ਕਾਰਜਾਂ ਨੂੰ ਕਰਨ ਦੀ ਜੋ ਸਮਰੱਥਾ ਹੈ ਉਹ ਸਤਿਗੁਰੂ ਜੀ ਵਿੱਚ ਹੈ। ਕਿਉਂਕਿ ਗੁਰੂ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੈ। ਇਸ ਵਾਸਤੇ ਸ੍ਰੇਸ਼ਟ ਮੱਤ ਦੀ ਦਾਤ ਗੁਰੂ ਸਾਹਿਬ ਜੀ ਦੇ ਦਰ ਤੋਂ ਸਾਧ ਸੰਗਤ ਜੀ ਪਿਆਰ ਵਾਲੇ ਗੁਰਮੁਖ ਮੰਗਦੇ ਨੇ। ਆਓ ਜਿਸ ਸ਼ਬਦ ਦੀ ਵਿਚਾਰ ਆਪਾਂ ਕੱਲ ਕਰਦੇ ਪਏ ਸਾਂ ਸਵੇਰ ਵੇਲੇ ਦੇ ਦੀਵਾਨਾਂ ਵਿੱਚ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਸ਼ਬਦ ਹੈ, ਸੋਠ ਮਹੱਲਾ ਤੀਜਾ, ਸੋਠ ਰਾਗ ਵਿੱਚ। ਘਰ ਪਹਿਲਾ ਸੁਰ ਤਾਲ ਦੇ ਪਹਿਲੇ ਘਰ ਵਿੱਚ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਉਚਾਰਨ ਕੀਤਾ, ਗਾਇਨ ਕਰਨ ਦਾ ਹੁਕਮ ਕੀਤਾ। ਤੇਹੀ ਗੁਣੀ ਤ੍ਰਿਭੁਵਨ ਵਿਆਪਿਆ ਭਾਈ ਗੁਰਮੁਖ ਬੂਝ ਬੁਝਾਏ। ਕਹਿੰਦੇ ਗੁਰਮੁਖਾਂ ਨੂੰ ਇਸ ਗੱਲ ਦੀ ਸੋਝੀ ਬਖਸ਼ੀ ਹੈ ਕਿ ਸਾਰਾ ਸੰਸਾਰ ਤਿੰਨਾਂ ਗੁਣਾਂ ਵਿੱਚ ਹੀ ਵਰਤ ਰਿਹਾ, ਰਜੋ ਗੁਣ, ਤਮੋ ਗੁਣ, ਸਤੋ ਗੁਣ 'ਚ। ਕੋਈ ਗੁਰਮੁਖ ਪਿਆਰਾ ਚੌਥੇ ਪਦ ਦੀ ਪ੍ਰਾਪਤੀ ਕਰਦਾ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਜਾ ਕੇ। ਰਾਮ ਨਾਮ ਲਗ ਛੂਟੀਏ ਭਾਈ, ਪੁੱਛੋ ਗਿਆਨੀਆਂ ਜਾਏ। ਕਹਿੰਦੇ ਗਿਆਨਵਾਨਾਂ ਨੂੰ, ਬ੍ਰਹਮ ਗਿਆਨੀਆਂ ਨੂੰ ਜਾ ਕੇ ਪੁੱਛੋਗੇ, ਇੱਕ ਹੀ ਗੱਲ ਕਹਿਣਗੇ ਕਿ ਪਰਮੇਸ਼ਰ ਦੇ ਨਾਮ ਨਾਲ ਲੱਗਣ ਕਰਕੇ ਛੁਟਕਾਰਾ ਹੋਣਾ। ਰਾਮ ਨਾਮ ਲੱਗ ਛੂਟੀਏ ਭਾਈ, ਜਦੋਂ ਕੋਈ ਮਹਾਰਾਜ ਜੀ ਦੇ ਚਰਨਾਂ ਨਾਲ ਲੱਗੇਗਾ, ਪਰਮੇਸ਼ਰ ਦੇ ਨਾਮ ਨਾਲ ਲੱਗੇਗਾ, ਫਿਰ ਛੁਟਕਾਰਾ ਹੋਵੇਗਾ, ਫਿਰ ਬੰਧਨਾਂ ਤੋਂ ਖਲਾਸੀ ਹੋਵੇਗੀ। ਪਰ ਇਹ ਗੱਲ ਕਹਿੰਦੇ ਗੁਰਮੁਖੋ ਗਿਆਨਵਾਨ ਹੀ ਦੱਸਣਗੇ, ਪੁੱਛੋ ਗਿਆਨੀਆਂ ਜਾਏ। ਗਿਆਨੀ ਦਾ ਅਰਥ ਹੁੰਦਾ ਬ੍ਰਹਮ ਗਿਆਨੀ। ਇੱਕ ਵਾਚ ਗਿਆਨੀ ਹੁੰਦਾ, ਇੱਕ ਸਾਧ ਸੰਗਤ ਜੀ ਆਤਮ ਗਿਆਨੀ ਹੁੰਦਾ। ਵਾਚ ਗਿਆਨੀ ਉਹ ਹੈ ਜਿਹੜਾ ਸਿਰਫ ਅੱਖਰੀ ਗਿਆਨੀ ਹੈ। ਕਿਸੇ ਵਿਸ਼ੇ ਤੇ ਬੋਲਣਾ ਹੋਵੇ ਤਾਂ 2, 4, 10, 20 ਵਾਰੀ ਉਹਨੂੰ ਪੜ੍ਹ ਕੇ ਫਿਰ ਬੋਲਿਆ ਜਾ ਸਕਦਾ, ਪਰ ਸਿਰਫ ਵਾਚ ਗਿਆਨੀ ਹੈ ਬਚਨਾਂ ਦਾ। ਅਸਲ ਵਿੱਚ ਆਤਮ ਗਿਆਨੀ ਹੁੰਦਾ ਜਿਹਦਾ ਆਪਣਾ ਅਨੁਭਵ ਹੁੰਦਾ, ਜਿਸ ਦਾ ਆਪਣਾ ਤਜਰਬਾ ਬੋਲ ਰਿਹਾ ਹੁੰਦਾ। ਸਿਰਫ ਅੱਖਰੀ ਗਿਆਨੀ ਨਹੀਂ,
ਉਹ ਆਪਣੇ ਅੰਦਰੋਂ ਬੋਲਦਾ। ਇਸ ਲਈ ਆਖਿਆ ਪੁੱਛੋ ਗਿਆਨੀਆਂ ਜਾਏ। ਆਤਮ ਗਿਆਨੀਆਂ ਨੂੰ ਜਾ ਕੇ ਪੁੱਛੋਗੇ, ਫਿਰ ਉਹ ਦੱਸਣਗੇ ਰਾਮ ਨਾਮ ਲੱਗ ਛੁੱਟੀਏ ਭਾਈ। ਜਦੋਂ ਪਰਮੇਸ਼ਰ ਦੇ ਨਾਮ ਨਾਲ ਲੱਗੋਗੇ ਭਾਈ ਛੁਟਕਾਰਾ ਤਾਂ ਉਦੋਂ ਹੋਣਾ, ਕਿਉਂਕਿ ਇਹ ਅਵਸਥਾ ਉਹਨਾਂ ਬ੍ਰਹਮ ਗਿਆਨੀਆਂ ਨੇ ਪ੍ਰਾਪਤ ਕੀਤੀ। ਇਸ ਕਰਕੇ ਉਹਨਾਂ ਦਾ ਅੰਦਰ ਇਹ ਗੱਲ ਬੋਲਦਾ। ਜਿਵੇਂ ਬਾਬੇ ਸੱਤੇ ਬਲਵੰਡੇ ਤੇ ਅਨੁਭਵ ਵਿੱਚ ਜੋ ਆਇਆ, ਉਹਨਾਂ ਨੇ ਰਾਮਕਲੀ ਦੀ ਵਾਰ ਵਿੱਚ ਉਹ ਕਥਨ ਕੀਤਾ। ਜੋ ਭੱਟਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਇਹ ਗਿਆਨ ਪ੍ਰਾਪਤ ਕੀਤਾ, ਉਹਨਾਂ ਨੇ ਸਵਾਈਆਂ ਵਿੱਚ ਉਹ ਕਥਨ ਕੀਤਾ। ਇਹ ਉਹਨਾਂ ਦਾ ਅਨੁਭਵ ਸੀ। ਸੋ ਕਹੁ ਟਲ ਗੁਰ ਸੇਵੀਆ ਹਨ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ। ਅਨੁਭਵ ਉਹਨਾਂ ਦਾ ਬੋਲਿਆ। ਇਹ ਨਹੀਂ ਵੀ ਉਹਨਾਂ ਨੇ ਉਵੇਂ ਹੀ ਆਖ ਦਿੱਤਾ ਵੀ ਮਹਾਰਾਜ ਦੇ ਦਰਸ਼ਨ ਕੀਤਿਆਂ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਜੀ। ਅਸਲ ਵਿੱਚ ਵਾਕਿਆ ਹੀ ਕੱਟਿਆ ਜਾਂਦਾ। ਇਹ ਉਹਨਾਂ ਦੇ ਅੰਦਰਲੇ ਤਜਰਬੇ ਨੇ। ਜਦੋਂ ਗੁਰੂ ਸਾਹਿਬ ਜੀ ਨੇ ਗਿਆਨ ਬਖਸ਼ਿਆ, ਫਿਰ ਉਹਨਾਂ ਨੂੰ ਅੰਤਰਾਤਮੇ ਚਾਨਣ ਹੋਇਆ ਵੀ ਮਹਾਰਾਜ ਜੀ ਦੇ ਦਰਸ਼ਨਾਂ ਦਾ ਤਾਂ ਬੇਅੰਤ ਫਲ ਹੈ ਭਾਈ, ਇਹ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ। ਇਸ ਲਈ ਇੱਥੇ ਆਤਮ ਗਿਆਨੀਆਂ ਦਾ ਜ਼ਿਕਰ ਕੀਤਾ। ਮਨ ਰੇ ਤ੍ਰੈ ਗੁਣ ਛੋੜ ਚੌਥੇ ਚਿੱਤ ਲਾਏ। ਇਸ ਲਈ ਕਹਿੰਦੇ ਮਨਾ ਤਿੰਨਾਂ ਗੁਣਾਂ ਨੂੰ ਛੱਡ ਤੇ ਚੌਥੇ ਪਦ ਵਿੱਚ ਆਪਣਾ ਚਿੱਤ ਜੋੜ। ਹਰ ਜੀਉ ਤੇਰੇ ਮਨ ਵਸੈ ਭਾਈ, ਸਦਾ ਹਰ ਕੇ ਗੁਣ ਗਾਏ। ਸਦਾ ਹਰੀ ਦੇ ਗੁਣ ਗਾਵੇਂਗਾ ਤੇ ਗਾਉਂਦਿਆਂ ਗਾਉਂਦਿਆਂ ਤੇਰੇ ਮਨ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਸ ਜਾਵੇ। ਉਹ ਪਰਮੇਸ਼ਰ ਪ੍ਰਗਟ ਹੋ ਆਵੇਗਾ ਤੇਰੇ ਹਿਰਦੇ ਵਿੱਚ, ਪਰਮਾਤਮਾ ਦੇ ਗੁਣ ਗਾਉਣ ਕਰਕੇ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਨਾਮੈ ਤੇ ਸਭ ਊਪਜੇ ਭਾਈ। ਇੱਥੋਂ ਤੱਕ ਆਪਾਂ ਵਿਚਾਰ ਅਸਲ 'ਚ ਗੱਲ ਕਰ ਲਈ ਸੀ। ਇਸੇ ਲਈ ਅੱਖਰੀ ਜਿਹੇ ਅਰਥ ਆਪਾਂ ਕੀਤੇ। ਹੁਣ ਅੱਜ ਅਗਲੀ ਪੰਕਤੀ 'ਚ ਮਹਾਰਾਜ ਕਿਰਪਾ ਕਰਦੇ ਨਾਮੈ ਤੇ ਸਭ ਊਪਜੇ ਭਾਈ। ਜਿੰਨੇ ਸੁੱਖ ਨੇ ਗੁਰਮੁਖੋਂ ਨਾਮ 'ਚੋਂ ਪੈਦਾ ਹੁੰਦੇ, ਪਰਮੇਸ਼ਰ ਦੇ ਨਾਮ। ਕਿਉਂਕਿ ਨਾਮੀ ਤੇ ਨਾਮ ਦੋਨੋਂ ਸੁੱਖ ਸਰੂਪ ਨੇ। ਨਾਮ ਨਾਮੀ ਤੱਕ ਪਹੁੰਚਾਉਣ ਵਾਸਤੇ ਇੱਕ ਸਾਧਨ ਹੈ। ਸ਼ਬਦ ਦੇ ਅਭਿਆਸ ਕਰਕੇ ਆਪਾਂ ਸ਼ਬਦ ਦੇ ਮਾਲਕ ਤੱਕ ਪਹੁੰਚਣਾ ਹੁੰਦਾ। ਸ਼ਬਦ ਉਹਦੇ ਤੱਕ ਪਹੁੰਚਣ ਦਾ ਜ਼ਰੀਆ ਆਪਾਂ ਕਹਿ ਸਕਦੇ ਇੱਕ ਪੌੜੀ ਹੈ, ਜਿਸ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਘਰ ਤੱਕ ਪਹੁੰਚ ਸਕੀਦਾ। ਇਸ ਲਈ ਸ਼ਬਦ ਦਾ ਅਭਿਆਸ ਆਖਿਆ ਜਾਂਦਾ। ਜਿੰਨੇ ਸੁੱਖ ਨੇ, ਇਕੱਲੇ ਆਤਮਕ ਸੁੱਖ ਨਹੀਂ, ਜਿੰਨੇ ਵੀ ਸੁੱਖ ਮਨ ਦੀ ਕਲਪਨਾ 'ਚ ਆਉਂਦੇ ਆ ਗੁਰਮੁਖੋ, ਸਾਰੇ ਨਾਮ ਵਿੱਚੋਂ ਉਪਜਦੇ, ਨਾਮ ਵਿੱਚੋਂ ਪੈਦਾ ਹੁੰਦੇ। ਨਾਮੈ ਤੇ ਸਭ ਊਪਜੇ ਭਾਈ, ਨਾਏ ਵਿਸਰਿਆ ਮਰ ਜਾਏ। ਕਹਿੰਦੇ ਨਾਮ ਵਿਸਰ ਗਿਆ ਤੇ ਮੌਤ ਹੀ ਹੈ ਬੰਦੇ ਦੀ। ਕਿਹੜੀ ਮੌਤ? ਆਤਮਕ ਮੌਤ। ਕਿਉਂਕਿ ਕਈ ਪ੍ਰਕਾਰ ਦੀ ਮੌਤ, 5 ਪ੍ਰਕਾਰ ਦੀ ਉਵੇਂ ਵਿਦਵਾਨ ਮੰਨਦੇ। ਕੋਈ ਆਤਮਕ ਮੌਤ ਹੈ, ਸਮਾਜਿਕ ਮੌਤ ਹੈ, ਰਾਜਨੀਤਿਕ ਮੌਤ ਹੈ, ਨੈਤਿਕ ਮੌਤ ਹੈ, ਧਾਰਮਿਕ ਮੌਤ ਹੈ। ਆਤਮਕ ਮੌਤੋਂ ਉਹਨੂੰ ਮਰਿਆ ਹੋਇਆ ਹੀ ਗਿਣੋ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਭੁੱਲ ਜਾਂਦਾ, ਜਿਹਨੂੰ ਮਹਾਰਾਜ ਨੇ ਆਖਿਆ ਆਖਾਂ ਜੀਵਾਂ ਵਿਸਰਿਆ ਮਰ ਜਾਓ। ਕਹਿੰਦੇ ਆ ਤਾਂ ਜਿਉਂਦੇ ਆ, ਵਿਸਰ ਜਾਂਦਾ ਤੇ ਫਿਰ ਆਤਮਕ ਮੌਤ ਹੀ ਹੈ। ਉਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਇਉਂ ਕਥਨ ਕੀਤਾ। ਨਾਮੈ ਤੇ ਸਭ ਉਪਜੇ ਭਾਈ, ਨਾਏ ਵਿਸਰਿਆ ਮਰ ਜਾਏ। ਸਾਰੇ ਸੁੱਖ ਨਾਮ ਚੋਂ ਪੈਦਾ ਹੁੰਦੇ। ਨਾਮ ਭੁੱਲ ਗਿਆ ਤੇ ਗੁਰਮੁਖੋ ਕਹਿੰਦੇ ਫਿਰ ਆਤਮਕ ਮੌਤ ਹੀ ਹੈ ਬੰਦੇ ਦੀ। ਅਗਿਆਨੀ ਜਗਤ ਅੰਧ ਹੈ ਭਾਈ, ਸੂਤੇ ਗਏ ਮੁਹਾਏ। ਕਹਿੰਦੇ ਅਸਲ ਵਿੱਚ ਬਹੁਤਾ ਜਗਤ ਅਗਿਆਨੀਆਂ ਦਾ ਹੀ ਹੈ, ਧਾਰਮਿਕ ਪੱਖ ਤੋਂ। ਉਵੇਂ ਤਾਂ ਲੋਕ ਸਿਆਣੇ ਨੇ, ਗਿਆਨਵਾਨ ਨੇ, ਬਥੇਰੀ ਲੋਕਾਂ ਨੂੰ ਅਕਲ ਹੈ, ਪਰ ਧਾਰਮਿਕ ਪੱਖ ਤੋਂ ਅਗਿਆਨੀ ਹੈ ਬਹੁਤੇ। ਅਗਿਆਨੀ ਜਗਤ ਅੰਧ ਹੈ ਭਾਈ। ਕਹਿੰਦੇ ਉਹ ਸਾਰਾ ਜਗਤ ਅੰਨਿਆਂ ਦਾ, ਅਗਿਆਨੀਆਂ ਦਾ ਧਾਰਮ ਪੱਖ ਤੋਂ, ਅਧਿਆਤਮਕ ਪੱਖ ਤੋਂ। ਸੂਤੇ ਗਏ ਮੁਹਾਏ, ਕਿਉਂਕਿ ਸੁੱਤੇ ਪਏ ਨੇ। ਮੋਹ ਦੀ ਨਿੰਦਿਆ 'ਚ, ਵਿਦਿਆ ਦੀ ਨੀਂਦ 'ਚ ਸੁੱਤੇ ਨੇ। ਇਸ ਕਰਕੇ ਮੁਹਾਏ ਹੁੰਦਾ ਲੁੱਟੇ ਜਾਣਾ। ਸੁੱਤੇ ਨੇ ਤੇ ਲੁੱਟਿਆ ਜਾ ਸਕਦਾ ਚੀਜ਼, ਚੁੱਕੀ ਘਰ ਸਿਰਫ ਉਹਦਾ ਲੁੱਟਿਆ ਜਾਂਦਾ ਜਿਹਨਾਂ ਨੂੰ ਜਾਗ ਨਾ ਆਵੇ। ਜਦੋਂ ਜਾਗ ਪਏ, ਰੌਲਾ ਪੈ ਗਿਆ, ਫਿਰ ਬਚ ਜਾਂਦਾ। ਇਸ ਲਈ ਕਹਿੰਦੇ ਨੇ ਮੋਹ ਦੀ ਨੀਂਦ ਵਿੱਚ ਸੁੱਤੇ ਹੋਏ ਲੋਕਾਂ ਦੇ ਇਹ ਹਿਰਦੇ ਰੂਪੀ ਘਰ ਚੋਂ ਸ਼ੁਭ ਗੁਣਾਂ ਦੀ ਖੇਤੀ ਲੁੱਟੀ ਜਾ ਰਹੀ ਹੈ, ਪਰ ਅਗਿਆਨੀ ਹੋਣ ਕਰਕੇ ਇਹਨਾਂ ਨੂੰ ਸਮਝ ਨਹੀਂ ਆ ਰਹੀ। ਜਿਵੇਂ ਅੰਨੇ ਨੂੰ ਕੁਝ ਦਿਖਾਈ ਨਹੀਂ ਦਿੰਦਾ, ਅਗਿਆਨੀ ਜਗਤ ਅੰਧ ਹੈ ਭਾਈ, ਤਾਂ ਆਖਿਆ ਮਹਾਰਾਜ ਨੇ। ਅਗਿਆਨੀ ਅੰਨੇ ਵਰਗਾ ਹੀ ਹੁੰਦਾ, ਉਹਨੂੰ ਸੋਝੀ ਨਹੀਂ ਹੁੰਦੀ ਕੀ ਹੋ ਰਿਹਾ, ਕੀ ਚੰਗਾ, ਕੀ ਮਾੜਾ, ਕੀ ਪਾਪ, ਕੀ ਪੁੰਨ। ਗੁਰਮੁਖ ਜਾਗੇ ਸੇ ਉਬਰੇ ਭਾਈ। ਕਹਿੰਦੇ ਗੁਰਮੁਖ ਜਾਗਤ ਅਵਸਥਾ 'ਚ ਜਿਨ੍ਹਾਂ ਦਾ ਮਨ ਆ ਜਾਂਦਾ ਉਹ ਬਚ ਜਾਂਦੇ। ਉਹਨਾਂ ਦੇ ਸ਼ੁਭ ਗੁਣਾਂ ਨੂੰ ਲੁੱਟਿਆ ਨਹੀਂ ਜਾਂਦਾ। ਕਿਉਂਕਿ ਜਾਗ ਰਹੇ ਹੁੰਦੇ ਨੇ। ਗੁਰਮੁਖ ਜਾਗੇ ਸੇ ਉਬਰੇ ਭਾਈ।
3-4 ਵਾਰੀ ਪਿਛਲੇ ਦਿਨਾਂ 'ਚ ਇਹ ਮਹਾਰਾਜ ਜੀ ਦਾ ਬਚਨ ਆ ਗਿਆ ਵੀ ਮਨ ਕਰਕੇ ਜਾਗਣਾ ਅਸਲ ਵਿੱਚ ਸਾਧ ਸੰਗਤ ਜੀ ਜ਼ਰੂਰੀ ਹੈ। ਸਰੀਰ ਤਾਂ ਰੋਜ਼ ਹੀ ਜਾਗਦਾ, ਰੋਜ਼ ਹੀ ਸੌਂਦਾ, ਔਰ ਇਹਨੇ ਆਪੇ ਸੌਂ ਜਾਣਾ ਹੁੰਦਾ, ਆਪੇ ਜਾਗ ਪੈਣਾ ਹੁੰਦਾ। ਇਹਦੇ ਲਈ ਕੋਈ ਬਹੁਤੀ ਖੇਚਲ ਨਹੀਂ ਕਰਨ ਦੀ ਲੋੜ ਪੈਂਦੀ, ਪਰ ਮਨ ਨੂੰ ਜਗਾਉਣ ਵਾਸਤੇ ਬਹੁਤ ਤਰੱਦਦ ਕਰਨਾ ਪੈਂਦਾ, ਕਿਉਂਕਿ ਮਨ ਆਪਣੇ ਆਪ ਜਾਗਰਤ ਅਵਸਥਾ 'ਚ ਨਹੀਂ ਆਉਂਦਾ। ਮਨ ਨੂੰ ਜਗਾਉਣਾ ਪੈਂਦਾ ਯਤਨ ਕਰਕੇ, ਨਹੀਂ ਤੇ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਹੋਣ ਕਰਕੇ ਸਾਧ ਸੰਗਤ ਜੀ ਇਹਨੇ ਜੋਤ ਸਰੂਪ ਨਹੀਂ ਹੋਣਾ। ਮਨ ਤੋਂ ਜੋਤ ਸਰੂਪ ਹੈ। ਆਪਣਾ ਮੂਲ ਪਛਾਣ ਕਿਵੇਂ ਮੂਲ ਪਛਾਣੇਗਾ ਜਦ ਜਾਗ ਹੀ ਨਾ ਆਈ ਤਾਂ? ਜਾਗਰਤ ਅਵਸਥਾ ਵਿੱਚ ਆਉਣ ਕਰਕੇ ਹੀ ਪਤਾ ਲੱਗੇਗਾ ਭਈ ਅਸਲ ਵਿੱਚ ਸ਼ੁਭ ਗੁਣ ਆਤਮ ਵਸਤੂ ਲੁੱਟੀ ਜਾ ਰਹੀ ਅੰਦਰੋਂ, ਤੇ ਜਾਗ ਕੇ ਬਚਾਇਆ ਜਾ ਸਕਦਾ। ਗੁਰਮੁਖ ਜਾਗੇ ਸੇ ਉਬਰੇ ਭਾਈ, ਕਹਿੰਦੇ ਨੇ ਜਿਹੜੇ ਗੁਰਮੁਖ ਜਾਗੇ ਉਹ ਬਚ ਗਏ। ਕੀ ਹੋਇਆ? ਭਵਜਲ ਪਾਰ ਉਤਾਰ, ਕਹਿੰਦੇ ਭਵਜਲ ਤੋਂ ਉਹਨਾਂ ਨੂੰ ਮਹਾਰਾਜ ਨੇ ਪਾਰ ਉਤਾਰ ਦਿੱਤਾ ਜਿਨ੍ਹਾਂ ਦਾ ਮਨ ਜਾਗ ਪਿਆ ਸੀ। ਸੰਸਾਰ ਸਮੁੰਦਰ ਤੋਂ ਪਾਰ ਉਤਰ ਗਏ। ਜਗ ਮੈਂ ਲਾਹਾ ਹਰ ਨਾਮ ਹੈ ਭਾਈ, ਕਹਿੰਦੇ ਜਗਤ ਵਿੱਚ ਲਾਹਾ ਤੇ ਸਿਰਫ ਨਾਮ ਦਾ, ਬਾਕੀ ਲਾਹੇ ਸਾਧ ਸੰਗਤ ਜੀ ਕਈ ਵਾਰ ਘਾਟੇ 'ਚ ਬਦਲ ਜਾਂਦੇ ਨੇ, ਕਈ ਵਾਰ ਨਾਮ ਹੀ ਬਦਲਣ ਤੇ, ਪਰ ਪ੍ਰਲੋਕ ਵਿੱਚ ਤਾਂ ਉਸ ਲਾਹੇ ਨੇ ਕੋਈ ਸਾਥ ਦੇਣਾ ਨਹੀਂ ਹੁੰਦਾ। ਇਸ ਲਈ ਅਸਲੀ ਲਾਹਾ ਪਰਮੇਸ਼ਰ ਦੇ ਨਾਮ ਦਾ ਹੀ ਮੰਨਿਆ ਗਿਆ। ਜਗ ਮੈਂ ਲਾਹਾ ਹਰ ਨਾਮ ਹੈ ਭਾਈ, ਇਸੇ ਲਈ ਮਹਾਰਾਜ ਵਚਨ ਕਹਿੰਦੇ ਲਾਹੇ ਕਉ ਤੂੰ ਢੀਲਾ ਢੀਲਾ, ਟੋਟੇ ਕਉ ਬੇਗ ਧਾਇਆ। ਕਹਿੰਦੇ ਜਿੱਥੇ ਲਾਹਾ ਮਿਲਣਾ ਹੁੰਦਾ ਉਸ ਪਾਸੇ ਤੂੰ ਬਹੁਤ ਢਿੱਲਾ, ਜਿਸ ਪਾਸੇ ਤੋਂ ਤੈਨੂੰ ਘਾਟਾ ਪੈਣਾ ਉਧਰ ਤੂੰ ਭੱਜਾ ਹੀ ਫਿਰਦਾ। ਲਾਹੇ ਕਉ ਤੂੰ ਢੀਲਾ ਢੀਲਾ, ਟੋਟੇ ਕੋ ਬੇਗ ਧਾਇਆ। ਬੇਗ ਹੁੰਦਾ ਛੇਤੀ, ਧਾਇਆ ਭੱਜਾ। ਕਹਿੰਦੇ ਟੋਟੇ ਵਾਲੇ ਪਾਸੇ ਭੱਜਾ ਫਿਰਦਾ ਛੇਤੀ ਛੇਤੀ, ਲਾਹੇ ਵਾਲਾ ਪਾਸਾ ਤੇਰਾ ਢਿੱਲਾ ਹੀ। ਕਿਉਂ? ਕਿਉਂਕਿ ਜਿਹਨੂੰ ਅਸਲ 'ਚ ਲਾਹਾ ਮਹਾਰਾਜ ਨੇ ਆਖਿਆ ਉਹਨੂੰ ਆਪਾਂ ਲਾਹਾ ਮੰਨਦੇ ਨਹੀਂ। ਜਿਹਨੂੰ ਆਪਾਂ ਲਾਹਾ ਮੰਨੀ ਬੈਠੇ ਉਹਨੂੰ ਗੁਰੂ ਸਾਹਿਬ ਕਹਿੰਦੇ ਇਹ ਟੋਟਾ ਭਾਈ, ਇਹ ਘਾਟੇ ਦਾ ਸੌਦਾ ਤੇਰਾ, ਪਰ ਆਪਾਂ ਮਨ ਕਰਕੇ ਉਸੇ ਨੂੰ ਲਾਹਾ ਮੰਨਿਆ ਹੋਇਆ। ਇਸ ਲਈ ਕਹਿੰਦੇ ਜਿਹਨੂੰ ਤੂੰ ਲਾਹਾ ਮੰਨੀ ਬੈਠਾ ਇਹ ਘਾਟੇ ਵਾਲਾ ਸੌਦਾ ਹੈ, ਤੇ ਜਿਹਦੇ ਪਿੱਛੇ ਤੂੰ ਭੱਜਿਆ ਫਿਰਦਾ ਅਸਲ ਜਿਹੜਾ ਲਾਹਾ ਉਸ ਵਾਲੇ ਉਧਰੋਂ ਤੂੰ ਬਹੁਤ ਸੁਸਤ ਹੈ, ਢਿੱਲਾ ਤੂੰ। ਜਗ ਮੈਂ ਲਾਹਾ ਹਰ ਨਾਮ ਹੈ ਭਾਈ, ਕਹਿੰਦੇ ਅਸਲ ਵਿੱਚ ਜਗ ਤੇ ਲਾਹਾ ਤੇ ਹਰੀ ਦੇ ਨਾਮ ਦਾ ਹੀ ਹੈ ਨਾ। ਹਿਰਦਾ ਰੱਖਿਆ ਔਰ ਧਾਰ, ਜਿਨ੍ਹਾਂ ਨੇ ਹਿਰਦੇ ਵਿੱਚ ਧਾਰਨ ਕਰਕੇ ਉਸ ਨਾਮ ਨੂੰ ਰੱਖ ਲਿਆ, ਅਸਲ ਵਿੱਚ ਉਹ ਜੀਵਨ ਦਾ ਲਾਹਾ ਖੱਟ ਗਏ। ਉਹਨਾਂ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕੀਤਾ। ਗੁਰ ਸਰਣਾਈ ਉਬਰੇ ਭਾਈ, ਕਹਿੰਦੇ ਗੁਰੂ ਦੀ ਸ਼ਰਨ ਵਿੱਚ ਪੈਣ ਕਰਕੇ ਉਹਨਾਂ ਦਾ ਪਾਰ ਉਤਾਰਾ। ਗੁਰ ਸਰਣਾਈ, ਕਿਉਂਕਿ ਜਦੋਂ ਸ਼ਰਨ ਵਿੱਚ ਪੈ ਜਾਏ ਨਾ ਕੋਈ ਮਹਾਰਾਜ ਜੀ ਦੀ, ਮਨ ਕਰਕੇ ਤਨ ਕਰਕੇ, ਫਿਰ ਜ਼ਿੰਮੇਵਾਰੀ ਗੁਰੂ ਸਾਹਿਬ ਜੀ ਦੀ ਹੋ ਜਾਂਦੀ। ਬਚਾਉਣ ਦੀ ਜ਼ਿੰਮੇਵਾਰੀ ਫਿਰ ਮਹਾਰਾਜ ਦੀ, ਕਿਉਂਕਿ ਦਰ ਪਏ ਦੀ ਲਾਜ ਵੱਡਿਆਂ ਨੇ ਰੱਖਣੀ ਹੁੰਦੀ। ਉਦਾਰ ਚਿੱਤ ਨੇ ਜਿਹੜੇ ਉਹ ਸਾਧ ਸੰਗਤ ਜੀ ਦਰ ਆਏ ਦੀ ਸ਼ਰਨ ਆਏ ਦੀ ਲਾਜ ਉਹਨਾਂ ਰੱਖਣੀ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਬਿਰਧ ਹੁੰਦਾ ਸੁਭਾਅ, ਕਹਿੰਦੇ ਸੁਆਮੀ ਦਾ ਸੁਭਾਅ ਹੈ ਜਿਹੜਾ ਸ਼ਰਨ ਵਿੱਚ ਆ ਗਿਆ ਉਹਦੀ ਰੱਖਿਆ ਕਰਨਗੇ, ਉਹਨੂੰ ਜ਼ਰੂਰ ਬਚਾਉਣਗੇ। ਜਿਵੇਂ ਜਦੋਂ ਪੰਥ ਇਕੱਠਾ ਹੋਇਆ ਸੀ 18ਵੀਂ ਸਦੀ 'ਚ ਅਕਾਲ ਤਖ਼ਤ ਸਾਹਿਬ ਤੇ, ਤਾਂ ਕਸੂਰ ਦੇ ਪੰਡਤ ਨੇ ਆਣ ਕੇ ਆਖਿਆ ਸੀ ਵੀ ਉਥੋਂ ਦਾ ਹਾਕਮ ਬਹੁਤ ਜ਼ਾਲਮ ਹੈ, ਮੇਰੀ ਘਰ ਵਾਲੀ ਲੈ ਗਿਆ ਖੋ ਕੇ, ਮੈਂ ਪੰਥ ਅੱਗੇ ਫਰਿਆਦ ਕਰਦਾ ਤੁਸੀਂ ਛੁਡਾ ਕੇ ਲਿਆ ਕੇ ਦਿਓ। ਉਹਦੇ ਸ਼ਰਨ ਵਿੱਚ ਆਏ ਕਰਕੇ ਉਸ ਵੇਲੇ ਪੰਥ ਦੇ ਮੁਖੀਆਂ ਨੇ ਸਲਾਹ ਕੀਤੀ ਵੀ ਹੁਣ ਕੀ ਕਰੀਏ, ਜਾਈਏ। ਕੁਝ ਗੁਰਮੁਖਾਂ ਨੇ ਆਖਿਆ ਨਹੀਂ ਜੀ, ਉਹਦੇ ਕੋਲੇ ਤਾਂ 12 ਤੋਪਾਂ ਨੇ, ਫੌਜ ਵੀ ਹੈ, ਕਿਲਾ ਵੀ ਹੈ, ਆਪਾਂ ਥੋੜੇ ਹਾਂ, ਆਪਾਂ ਜਿੱਤ ਕੇ ਨਹੀਂ ਆ ਸਕਦੇ। ਤੇ ਫਿਰ ਕਰਤਾਰ ਸਿੰਘ ਝੱਬਰ ਨੇ ਆਖਿਆ ਸੀ ਵੀ ਇਹ ਜਿਹੜਾ ਸ਼ਰਨ ਆਇਆ ਫਿਰ ਇਹਦਾ ਕੀ ਕਰੀਏ, ਕਿਉਂਕਿ ਗੁਰੂ ਸਾਹਿਬ ਦਾ ਤਾਂ ਹੁਕਮ ਔਰ ਸਿਧਾਂਤ ਵੀ ਹੈ ਵੀ ਜਿਹੜਾ ਖਾਲਸੇ ਦੀ ਸ਼ਰਨ ਆ ਗਿਆ, ਜਿਵੇਂ ਗੁਰੂ ਸਾਹਿਬ ਜੀ ਦੀ ਜਿਹੜਾ ਸ਼ਰਨ ਆਇਆ ਮਹਾਰਾਜ ਨੇ ਉਹਦੀ ਰੱਖਿਆ ਕਰਨੀ। ਹੁਣ ਇਹ ਖਾਲਸੇ ਦੀ ਸ਼ਰਨ ਆਇਆ ਤੇ ਇਹਨੂੰ ਕੀ ਆਖੀਏ ਵੀ ਉਹਦੇ ਕੋਲੇ 12 ਤੋਪਾਂ, ਇਉਂ ਕਰੀਏ ਇਹ ਹੁਣ ਸ਼ਰਨ ਵਿੱਚ ਆਇਆ, ਆਪਾਂ ਲਈਏ ਮਹਾਰਾਜ ਤੋਂ ਆਗਿਆ।
हुक्मनामा लईए। जे महाराज आग्या कर देणगे फिर भावें उहदे कोले 12 तोपां होण ते भावें 50 होण, फिर जित खालसे दी होनी ते आपां चलीए। उस वेले साध संगत जी फिर गुरु ग्रंथ साहब महाराज जी दे अगे खड़ के अरदास बेनती की, हुक्मनामा लिया ते हुक्मनामा आया सी बसंत की वार महल पंजवा, एक ओंकार सतगुर प्रसाद हर का नाम त्याय कह हो हरिया पाई, कर्म लखन ते पाईए हरोत सुहाई। यदि दूजी पगड़ी आ पंजे बद्धे महाबली कर सचा टोआ, अपने चरण जपायन विच दईओ खड़ोआ, रोग सोग सब मिट गए नित नवां नरोआ। जदों ये हुक्मनामा लिया तां जकारे छड़ते खालसे पंथ ने, कहंदे चलो भी महाराज ने कृपा कर दित्ती ते चलीए हुण। अरदास करके मुख वाक लैके तुर पे ते जित खालसे दी होई, लिया के ओदी घर वाली उन्होंने दित्ती पंडित नूं, सिर्फ इसे करके क्योंकि शरण विच आया सी। ये वड्डियां दा बिरद हुंदा शरण विच आए दी रखिया करनी। गुर सरणाई उबरे पाई, जिहड़ा गुरु साहब जी दी शरण च पएगा वो बचेगा गुरमुखो। उबरे दा अर्थ हुंदा बच जाना, ਉਹਨੂੰ ਉਹ ਸੰਸਾਰ ਸਮੁੰਦਰ ਚ ਡੁੱਬ ਨਹੀਂ ਸਕਦਾ। ਗੁਰ ਸਰਣਾਈ ਉਬਰੇ ਭਾਈ ਰਾਮ ਨਾਮ ਲਿਵ ਲਾਏ। ਕਿਉਂ? ਕਿਉਂਕਿ ਪ੍ਰਮਾਤਮਾ ਦੀ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਨਾਮ ਦਾ ਚਰਚਾ, ਉਹ ਰਾਮ ਨਾਮ ਨਾਲ ਆ ਕੇ ਲਿਵ ਲਾਵੇਗਾ, ਬਚ ਜਾਵੇਗਾ। ਕਿਉਂਕਿ ਮਹਾਰਾਜ ਦੀ ਸ਼ਰਨ ਵਿੱਚ ਤੇ ਇੱਕ ਹੀ ਹੁਕਮ ਹੈ ਨਾ ਵੀ ਤੂੰ ਪਰਮੇਸ਼ਰ ਨਾਲ ਆਪਣਾ ਚਿੱਤ ਜੋੜ ਪਈ, ਨਾਮ ਨਾਲ ਆਪਣਾ ਚਿੱਤ ਜੋੜ, ਬਿਰਤੀ ਜੋੜ ਤੇ ਭਲਾ ਹੋ ਜਾਏਗਾ ਤੇਰਾ। ਨਾਨਕ ਨਾਉ ਬੇੜਾ ਨਾਉ ਤੁਲਹੜਾ ਭਾਈ, ਕਹਿੰਦੇ ਗੁਰਮੁਖਾਂ ਵਾਸਤੇ ਤੇ ਨਾਮ ਹੀ ਸਾਧ ਸੰਗਤ ਜੀ ਬੇੜਾ ਤੇ ਨਾਮ ਹੀ ਤੁਲਾ। ਬੇੜੇ ਤੇ ਚੜ ਕੇ ਸੰਸਾਰ ਸਮੁੰਦਰ ਪਾਰ ਹੋਣਾ, ਤੁਲਹੇ ਤੇ ਚੜ ਕੇ ਵੀ ਸਾਧ ਸੰਗਤ ਜੀ ਪਾਰ ਹੀ ਕਰੀਦਾ ਸੰਸਾਰ ਸਮੁੰਦਰ। ਹਾਂ ਇਹ ਇਦਾਂ ਫਰਕ ਹੁੰਦਾ ਭਈ ਤੁਲਹੇ ਤੇ ਬਹੁਤੇ ਜਾਣੇ ਨਹੀਂ ਪਾਰ ਕਰ ਸਕਦੇ, ਬੇੜੇ ਤੇ ਬਹੁਤ ਜ਼ਿਆਦਾ ਕਰਨਗੇ ਤੇ ਜਹਾਜ਼ ਤੇ ਉਦੋਂ ਜ਼ਿਆਦਾ ਕਰਨਗੇ, ਤੇ ਪੁਲ ਤੋਂ ਸਾਰੇ ਹੀ ਪਾਰ ਉਤਰ ਸਕਦੇ, ਕਮਜ਼ੋਰ ਬੰਦਾ ਵੀ, ਡਿਸੇਬਲ ਵੀ। ਇਹ ਫਰਕ ਹੈ। ਕਹਿੰਦੇ ਗੁਰਮੁਖਾਂ ਵਾਸਤੇ ਤੇ ਨਾਮ ਹੀ ਬੇੜਾ, ਨਾਮ ਹੀ ਤੁਲਹਾ। ਨਾਉ ਬੇੜਾ ਨਾਉ ਤੁਲਹਾ ਪਾਈ, ਜਿਤ ਲਗ ਪਾਰ ਜਨ ਪਾਏ। ਜਿਸ ਬੇੜੇ ਤੇ ਨਾਮ ਦੇ ਤੇ ਚੜਨ ਕਰਕੇ ਜਿੰਨੇ ਚੜ ਜਾਣਗੇ ਪਾਰ ਉਤਰ ਜਾਣਗੇ। ਹਾਲਾਂਕਿ ਕਿਸੇ ਬੇੜੇ ਦੀ ਵੀ ਲਿਮਟ ਜਿਹੜੀ ਹੈ ਉਹ ਸਾਧ ਸੰਗਤ ਜੀ ਜਿੰਨੀ ਮਰਜ਼ੀ ਨਹੀਂ ਹੁੰਦੀ। ਹਰ ਜਹਾਜ਼ ਦੀ, ਹਰ ਬੇੜੇ ਦੀ, ਹਰ ਸ਼ਿਪ ਦੀ ਇੱਕ ਲਿਮਟ ਹੁੰਦੀ ਹੈ, ਕਿੰਨਾ ਭਾਰ ਲੈ ਕੇ ਇਹ ਜਾ ਸਕਦਾ। ਜਿੰਨਾ ਮਰਜ਼ੀ ਨਹੀਂ, ਜਿੰਨੇ ਮਰਜ਼ੀ ਉੱਤੇ ਚੜ ਜਾਣਗੇ ਡੁੱਬੇਗਾ। ਪਰ ਜਿਹੜਾ ਨਾਮ ਦਾ ਬੇੜਾ ਮਹਾਰਾਜ ਜੀ ਨੇ ਤਿਆਰ ਕੀਤਾ, ਇਹਦੀ ਕੋਈ ਲਿਮਟ ਨਹੀਂ ਹੈ। ਇਹ ਤਾਂ ਮਹਾਰਾਜ ਦੇ ਬਚਨ ਉਹ ਕਹਿੰਦੇ ਨੇ, ਕਾਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲੱਗ ਬਿਤਰ ਹੋ। ਕਾਲਯੁਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਿਹੜਾ ਜਹਾਜ਼ ਤਿਆਰ ਕੀਤਾ, ਕਹਿੰਦੇ ਸਾਰੀ ਸ੍ਰਿਸ਼ਟੀ ਅਗਰ ਇੱਥੇ ਚੜ ਜਾਏਗੀ ਤੇ ਸਾਰੇ ਤਰ ਜਾਣਗੇ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ। ਕਹਿੰਦੇ ਬਸ ਵਿਸ਼ੇਸ਼ਣ ਇਹ ਹੈ ਵੀ ਜਿਹੜਾ ਚੜੇਗਾ ਉਹ ਪਾਰ ਉਤਰੇਗਾ। ਜੇ ਸਾਰਾ ਜਗਤ ਚੜ ਜਾਏ, ਸਾਰਾ ਜਗਤ ਹੀ ਪਾਰ ਉਤਰ ਸਕਦਾ। ਪਰ ਸਾਰੇ ਜਗਤ ਨੇ ਚੜਨਾ ਕੋਈ ਨਹੀਂ ਹੁੰਦਾ, ਚੜਦਾ ਨਹੀਂ ਹੁੰਦਾ ਸਾਰਾ ਜਗਤ। ਸਾਰੀ ਤਲਵੰਡੀ ਨਹੀਂ ਸੀ ਕੋਈ ਬ੍ਰਹਮ ਗਿਆਨੀਆਂ ਦੀ ਹੋਗੀ। ਉੱਥੇ ਅਵਤਾਰ ਹੋਇਆ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦਾ, ਰਾਏ ਭੋਏ ਦੀ ਤਲਵੰਡੀ। ਪਰ ਤਲਵੰਡੀ 'ਚ ਹੀ ਮਹਾਰਾਜ ਨੂੰ ਲੋਕਾਂ ਨੇ ਆਖਿਆ ਸੀ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ। ਉੱਥੇ ਮਹਾਰਾਜ ਨੂੰ ਕਹਿੰਦੇ ਸੀ ਕੋਈ ਕੰਮ ਨਹੀਂ ਕਰਦਾ ਤੇ ਨਖੱਟੂ ਹੈ, ਤੇ ਬੇਦੀਆਂ ਦੇ ਘਰੇ ਦੇਖੋ ਕਿੱਦਾਂ ਦਾ ਜੰਮ ਪਿਆ। ਇਸ ਲਈ ਸਾਰਿਆਂ ਦੀ ਨਹੀਂ ਭਾਵਨਾ ਬਣਦੀ ਹੁੰਦੀ, ਭਾਵੇਂ ਕੋਈ ਵੀ ਹੋਵੇ ਥਾਂ। ਪਰ ਜੇ ਸਾਰੇ ਚੜ ਜਾਣੇ, ਗਰੰਟੀ ਮਹਾਰਾਜ ਨੇ ਦਿੱਤੀ ਬਾਣੀ 'ਚ ਵੀ ਜੇ ਸਾਰੇ ਚੜ ਜਾਣਗੇ ਸਾਰੇ ਪਾਰ ਉਤਰ ਜਾਣਗੇ। ਕਿਉਂਕਿ ਇਸ ਜਹਾਜ਼ ਦੀ ਕੋਈ ਲਿਮਟ ਨਹੀਂ, ਕੋਈ ਲਕੀਰ ਨਹੀਂ ਖਿੱਚੀ ਵੀ ਇੰਨੇ ਚੜ ਸਕਦੇ। ਕਾਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲੱਗ ਬਿਤਰ ਹੋ। ਕਹਿੰਦੇ ਮਹਾਰਾਜ ਜੀ ਨੇ ਐਸਾ ਕਲਯੁਗ ਦੇ ਸਮੇਂ 'ਚ ਜਹਾਜ਼ ਨਾਮ ਦਾ ਤਿਆਰ ਕੀਤਾ, ਸਾਰਾ ਸੰਸਾਰ ਚੜੇ ਤੇ ਸਾਰਾ ਸੰਸਾਰ ਹੀ ਉਤਰ ਜਾਏਗਾ ਗੁਰਮੁਖੋ ਪਾਰ। ਪਰ ਜੇ ਚੜੇ ਤੇ ਜੋ ਚੜੇ ਸੋਤਰੇ ਪਾਰ। ਵਾਹਿਗੁਰੂ ਨਾਮ ਜਹਾਜ਼। ਨਾਨਕ ਨਾਉ ਬੇੜਾ ਨਾਉ ਤੁਲਹੜਾ ਪਾਈ, ਜਿਤ ਲਗ ਪਾਰ ਜਨ ਪਾਏ। ਕਹਿੰਦੇ ਨਾਮ ਦਾ ਐਸਾ ਬੇੜਾ ਮਹਾਰਾਜ ਨੇ ਤਿਆਰ ਕਰ ਦਿੱਤਾ, ਜਿਹੜਾ ਇਸ ਨਾਮ ਦੇ ਬੇੜੇ ਤੇ ਚੜੇਗਾ ਪਾਰ ਉਤਰ ਜਾਏਗਾ। ਸੋਠ ਮਹੱਲਾ ਤੀਜਾ ਘਰ ਪਹਿਲਾ। ਅਗਲੇ ਸ਼ਬਦ 'ਚ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਹੇ। ਸੁਰਤਾਲ ਦੇ ਪਹਿਲੇ ਘਰ। ਸਤਿਗੁਰ ਸੁਖ ਸਾਗਰ ਜਾਗੇ ਅੰਤਰ,
होर थै सुख नाही। कहते गुरमुखो सुखां दा समुंदर ते सतगुरु है संसार ते, होर कितों सुख नहीं मिल सकता। असल विच सदा दा सुख गुरु साहब ही दे सकते, पर अपने मन ने इदां ही मन्निया हुंदा भी नहीं जिथों मर्जी सुख, सुख पदार्थां की बहुलता करके है, सुख माया की बहुलता करके है, सुख उच्चे अहुदे ते बैठण करके है, सुख चंगा खाण करके है, सुख चंगा पहनण करके है। ये वक्रे वक्रे सुख माने मन्ने, पर महाराज कहते असली सुख गुरु साहब जी के चरणों चों मिलना गुरमुखो। बाकी सुख आउण जाण वाले, जिहड़ा सदा दा सुख है वो सिर्फ गुरु साहब जी के चरणों चों ही प्राप्त हो सकता। सतगुर सुख सागर जग अंतर, कहते इस जगत विच सुखां दा समुंदर ने सतगुरु जी। ते सतगुरु जी की पछाण की महाराज कहते सतपुरख जिन जानिया सतगुर तिसका नाव, तिसका संग से खुदर नानक हर गुण गाओ। कहते सतगुरु है जिन्हें सतपुरख नूं जाणिया होया। सतपुरख विच भेद है, अकाल पुरख का जिहड़ा स्वरूप है वह है असली सतगुरु। ते गुरु तो जिहड़ा मर्जी खवावे, कंध च दो किल ठोकने को दस देवे ते लोग कहण लग पैंदे मेरा गुरु है, बई ये मेरा गुरु है, इन्हें मैनूं दस्सिया। उहनूं गुरु नहीं कहंदे, वो तो उस्ताद है। सतगुरु तो वही हुंदा साध संगत जी जिन्हें सतपुरख नूं जाण लिया, जिहड़ा अभेद हो गया परमेश्वर च। वरत्या जांदा ये लफ्ज भी मेरा गुरु है जी, इहदे तो मैं गुरु दा अर्थ इहने मैनूं गुर दित्ता हा, पर वो सतगुरु नहीं है। सतगुर सुख सागर जागे अंतर होर था सुख नाही। कहते होर कितों भी सुख प्राप्त नहीं होना गुरमुखो जो गुरु साहब जी के चरणों चों प्राप्त होंदा। क्यों? क्योंकि समुंदर ने, समुंदर वो साध संगत जी महाराज जी ने जलदा पैदा किया, जिहड़ा ना सुकदा ना घटदा ना झूठा हुंदा, ना उहदे च कोई तोट आउंदी। इसे करके भाई गुरदास जी ने आख्या जैसे सर सलता सकल में समुंद बड्डो। सर हुंदे सरोवर, सलता हुंदियां नदियां, सब नदियां नालियां सरोवरां टोबियां चो समुंदर नूं क्यों श्रोमणी मानदे? क्यों? क्योंकि वो नहीं घटदा जी कदे भी। इसलिए कहते गुरु सुखां दा समुंदर है गुरमुखो। वो आत्मक सुख महाराज के चरणों तो बिना कितों नहीं प्राप्त हो सकते। सतगुर सुख सागर जागे अंतर होर था सुख नाही। हौमै जगत दुख रोग व्याप्या। कहते हौमै दे रोग करके जगत इहदे विच व्याप्या होया, ताइयों दुखी हो रहा। क्योंकि हौमै यह जात है, हौमै कर्म कमाहे, हौमै यही बंधना फिर जोनी पाहे। महाराज जी ने वचन किते। कहते बंधन का कारण ही असल च हंकार है, इसे करके जूनिया च पैना पैंदा। फिर जूनी पाहे, मुड़ मुड़ के जूनिया च सिर्फ हंकार करके ही तुरया फिरदा बंदा। इनू बड़ा वड्डा रोग मानते, हौमै दीर्घ रोग है। इसे ही महाराज तीसरे पाहे पर यह वचन हौमै जगत दुख रोग व्याप्त। कहते जगत हौमै दे रोग करके दुखी है। मर जन्मै रोवै ताही। कहते इसलिए मरदा जन्मदा मरदा फिर ताहा मारदा, फिर दुखी हुंदा, फिर रोंदा, पर हंकार छड्डदा नहीं। इस करके पार उतारा हुंदा नहीं। प्राणी सतगुर सेव सुख पाए। प्राणी उन्होंने कहते जिहड़ा प्राणाधारी जीव हुंदा, जिहड़ा साह लैंदा, प्रतख रूप च जिहड़ा सवास लवे उन्होंने प्राणी आखीदा। प्राणी सतगुर सेव सुख पाए। उवें चार खाणियां विचों एक ओतपुज खाणी मन्नी गई, सवास तां नहीं लैंदी आपां देखी प्रतख रूप च, पर कहंदे आ भी लैंदी है। जिहड़ी ओतपुज खाणी चौथी उन्होंने प्राणी तां नहीं कहंदे क्योंकि प्रतख रूप च प्राण नहीं उहदे चलदे। बाकी भावें पशु है, पंछी है, मनुख है, ये तिन्ने खाणियां प्रतख रूप च सवास लैंदियां, इसलिए इन्हां नूं प्राणी कहंदे जी जिस दे प्राण चलदे होण। इन्हां विचों जिहड़ी प्रधानता वो मनुख कोल है। इस करके उपदेश बंदियां लई हुंदा, पशुआं लई नहीं। प्राण पशु भी लैंदे, प्राणाधारी ने, पर उपदेश के अधिकारी नहीं हैगे। प्राणी सतगुरु सेव सुख पाए। कहते हे प्राणी तू सतगुरु की सेवा करेगा सुख पावेगा। गुरु की सेवा सुख का साधन है। सतगुरु सेवे ता सुख पावे, ना है ता जाहेगा जन्म गवाए।
तीसरे पातशाह बचन कहते गुरु की सेवा करेंगा सुख प्राप्त करेंगा, नहीं तो जन्म गवा के जावेंगा। चले जवारी दोए हथ चार। जे गुरु की सेवा करेंगा तां सुख पावेंगा। सतगुर सेव है तां सुख पाव है, ना है तो जाहेगा जन्म गवाए। कहते नहीं तो जन्म गवा के चलिया जाएगा। मिलिया तो हैगा भाई, बतीत तो कर देगा, पर कहते गवा के जावेगा व्यर्थ, सफला नहीं। सुख तो गुरु साहब जी की सेवा विच है। गुर सेवा ते सुखी उपजा फिर दुख न लगे आए। तीसरे पातशाह जी का यह बचन आप हुक्मनामे के रूप च कई बार पढ़िया ना। कहते गुरु की सेवा च सुख मिलता। 12 साल सेवा की है गुरु अमरदास साहब जी ने, पर जिहड़ा उदों बाद सुख प्राप्त होया वह तिन्ना लोकां च कितों नहीं सी मिल सकता। तिन्ना लोकां दी वडियाई गुरु अंगद देव साहब जी ने उन्होंने सीस ते रख दी। मिल सकता सी कितों यह सुख। बाकी सुख तो मैं बेनती की भी मन कितों ना कितों मनी बैठा, पर असल विच सुखां दा समुंदर गुरु साहब। सतगुर सेवे तां सुख पावे, ना है तो जाहेगा जन्म गवाए। कहते नहीं तो जन्म गवा के चल जाएगा भाई, बहुत कीमती है पर व्यर्थ गवावेगा। रहाओ बसराम दे के तीसरे पातशाह कृपा करे, त्रै गुण धात बहु कर्म कमावे। कहते बस इन्हां तिन्नां गुणां दे पिछे भज्जा फिरदा बंदा। धात दा अर्थ हुंदा धौना भज्जणा। ਉਹੀ जिन्हां गुणां दी आपां कल गल कीती सी, रजो गुण तमो गुण सतो गुण। इन्हां तिन्नां गुणां च बस बंदा भज्जा फिरदा। त्रै गुण धात बहु कर्म कमावे, हर रस साध ना आया। कहते हरी रस का नाम रस का स्वाद नहीं आया फिर इस क्यों, क्योंकि असल में यह सोझ ही नहीं आई फिर इन्हां तिन्नां गुणां तो पार भी कुछ हुंदा गुरमुखो। ये रजोगुण तमोगुण सतोगुण जां जागृत सुपन ते सुखोपत तो परे भी कोई अवस्था हैगी जिहड़ी सिर्फ आनंद स्वरूप है, सुख स्वरूप ही। त्रै गुण धात बहु कर्म कमावे, हर रस साध ना आया। कहते हरी रस का स्वाद नहीं आता फिर जिहड़ा इन्हां तिन्नां गुणां 'च भज्जा फिरदा। संध्या तर्पण करे गायत्री, कहते भावें वह संध्या करे भावें गायत्री का पाठ भी करे। बिन बुझे दुख पाया, क्योंकि असल बुझिया नहीं, अपने असले नूं नहीं बुझिया, इस करके कहते दुखी है। भावें गायत्री भी पढ़ी जाता, भावें संध्या तर्पण भी करता। ये मन्निया होया धार्मिक कर्म ही है ना। क्यों दुखी है? जे वो अपने धर्म का मंत्र जपता है फिर क्यों दुखी है? इस करके भाई जिस नूं जपना उसे ते शंका करना। कहते भी पहला जी यह 32 अखरां की गायत्री सी, मुर्दा जिंदा कर देंदी सी, फिर यह लंगड़ी हो गई, 24 अखर रह गए, हुण इहदे च ताकत नहीं रही। उसे नूं जपी जाना, उसे जे नुक्स कड्ढी जाने। इसलिए भगत नामदेव जी ने आख्या हिंदू अन्ना तुरकू काना। ये क्यों वचन भगत नामदेव जी नूं कहने पे? हिंदू अन्ना तुरकू काना, दोहां ते ज्ञानी सियाणा। वो कहते हिंदू इस अन्ना उन्होंने कहते जिन्होंने दोनों अखां तो ना दिसे, काना उन्होंने कहते जिन्होंने एक पास्यों दिसदा हुंदा ते एक पास्यों नहीं। कहते हिंदू दियां दोने अखां बंद है, इस करके भाई उत्थे मत्था टेकदा, उसे दा जाप करदा, उसे च नुक्स कड्ढी जांदा, उसे ते शंका करी जांदा, ते जपण लई भी होर कुछ नहीं हैगा। जपी भी जाना तो आखी जाने 24 अखरां दी रह गई, हुण कर नहीं सकदी कुछ, इहदे च हुण ताकत नहीं रह गई। उसे ते ही शंका करना, उसे नूं मत्था टेकना। इसलिए कहते अन्ना है ते तुरकू नूं काना तां आख्या, कहते वो अपने इष्ट ते कदे शंका नहीं करता, कदे भी नहीं। अपने पैगंबरां ते मुसलमान कदे उंगल नहीं चकणगे। ये पासा तो कहते उन्हां दा खुला, पर एक पासा बंद तां उन्होंने एक देसी मनी बैठे भी एक थां ते है जी। किते भी होवे उन्हें अंदाजा लाना भी जदों मैं नमाज पढ़नी किहड़े पासे मक्का, क्योंकि काबे वाल नूं सजदा करना उन्होंने। कहते बस उन्होंने एक थां ते एक देसी मनन करके उन्होंने एक पासा बंद है, पर एक बन्ने बिल्कुल ठीक है भी अपने पैगंबरां ते अपने वड्डियां ते शंका कदे नहीं करते। इसलिए भगत नामदेव जी ने बचन किए। कहते संध्या तर्पण करे गायत्री तीसरे पाप। कहते पर गायत्री का पाठ भी करी जाना, शंका भी करी जाना। बिन बूझे दुख पाया, असल समझ नहीं आई, इस करके दुखी।
सतगुर सेवे सो वड भागी। कहते गुरु की सेवा जिहड़ा लगा गुरमुखो वड्डे भागां वाला, बहुत वड्डे भागां करके बिना शंके तो सेवा च लग सकता बंदा। जिस दी सेवा करनी फिर उहदे ते कोई संशा नहीं हुंदा उहदे वास्ते मन च, तां वड्डे भाग मन्ने जांदे। सतगुर सेवे सो वड भागी जिसनों आप मिलाए, जिन्हों कहते आप कृपा करके मिल लेंदे फिर वड्डे भागां वाला सेवा च लगा। इस करके परमात्मा ने आप ही मिल लिया अपने नाल। हर रस पी जन सदा तृपतासे, ऐसे गुरमुखां ने हरी रस का नाम चखिया, वो रोज पींदे पईए अमृत दीयां घुट्टां। हर रस पी जन सदा तृपतासे, इसे करके कहते मन संतोखी रज्या रज्या रहिंदा उन्हां दा। विचों आप गवाए क्यों, क्योंकि विचों अपना हंकार खत्म करके आपा भाव मार लिया उन्होंने। यह जग अंधा सब अंध कमावे, कहते जगत ते अन्नियां दी भीड़ है बस, बाकी सारी। अन्ने का मतलब अज्ञानी। अन्ने नूं दुनियावी तौर पर कुछ नहीं दिसदा हुंदा, अज्ञानी नूं साध संगत जी अध्यात्मक पक्ष चंगे माड़े की विचार नहीं हुंदी, इसलिए उन्होंने अज्ञानी नूं अन्ना ही कहते। यह जग अंधा सब अंध कमावे, कहते फिर अन्ने ने तो अन्नियां वाले कर्म करने ना। बिन गुर मग ना पाए, गुरु तो बिना कौन रस्ता दसे गुरमुखो, कौन रस्ता दसे गुरु तो बिना। हुण जे कोई आप अन्ना होवे तो किसी दूसरे नूं आखे तेनों मैं पार करा दियां रोड, किवें करवा सकदा। आप मुक्त मुक्त करे संसार, महाराज ने आख्या ना पंजवें पातशाह ने, जिहड़ा खुद मुक्त है वही किसी नूं मुक्त कर सकदा, जिन्हों आस नूं आप नूं दिसदा वही किसी नूं पार कर सकदा। जिहड़ा आप अन्ना वो की पार करेगा। यह जा गंदा सब अंध कमावे, बिन गुर मग ना पाए, कहते फिर वो गुरु तो बिना किन्ने रस्ता दसना गुरमुखो, जिन्हों आप नूं कोई पता नहीं। वो दूजे नूं दसण लई कहते आप आगू बनिया हुंदा। अंधा आगू जे थी है सुते गए मुहाए, कहते जिहड़ा आप अन्ना वो आगू बनिया फिरदा दूजे नूं दसण लई। जिवें कोई जोशी तुरिया जांदा सी, फलत दा जोतशी। दो प्रकार के जोतशी हुंदे, जिहड़े ग्रह चाल देख के दसदे ना जी किसी दा भविख, उहनूं कहंदे फलत दा जोतशी। वो तुरिया जांदा सी जोतशी तो देखदा जांदा सी भी अज सूरज किहड़े घर च है, अज किहड़ा ग्रह कित्थे है। ऐ उपर नूं देखदा देखदा तुरिया जांदा ते अगले बने बिना मन तो खूह सी, वो खूह च जा पिया। वो मन पक्की नहीं सी खूह दी, खूह च डिग पिया। तो हुण बड़ा पछताउंदा, खूह सुक्का सी पर निकल नहीं सकदा उहदे चों डूंगा। आवाजां वूजां बथेरियां लोकां नूं मारियां, कोई हैगा ही नहीं लागे। रौला रूला पा के बेचारा थक के बह जांदा, फिर रौला पाउण लग पैंदा कोई आ जाए मैनूं कढ ले। वो कोई माई लकड़ां लैण वास्ते जा रही सी, उन्हें वेख्या आवाज आउंदी खूह चों, उन्हें विच वेख्या तो ओह डिग्गा पिया विच। तो कहंदी भाई तू खूह च, कहंदा भी मैनूं कढ माता किसी तरह, मैं तो बड़े चिर दा आवाजां मारदा, कोई आया ही नहीं इधर। वो कहती मैं तो कढ नहीं सकती, हाँ रस्सी मेरे को हैगी, मैं लकड़ां लैण आई सा, रस्सी मैं इधर उपर बन के ते फिर तेनों थले छड़ दी, तू आपे चढ़ के आ जा, खिच तो मैं तेनों सकती नहीं। वो कहता कोई नहीं माता तू रस्सी सिट, मैं आ जाना आपे। उन्हें रस्सी पिछे बन के खूह च लमकाई, वो फड़ के बाहर आ गया। बड़ा खुश होया, कहता लै जे तू भी ना आउंदी तो मैं तो मरी जाना सी, इत्थे कोई आ ही नहीं, आवाज ही नहीं सी सुन रहा मेरी, भी मैं तेरा किवें इह शुक्र कर सकदा, तू मेरी जान बचाती। वो कहती चल कोई नहीं भाई, मैं तो रोज ही इधर आउनी, अज भी आई सा, तेरी आवाज सुनी तेनों कढ लिया। कहता तू मेरी जान बचाई माता, भी मेरे को पैसे तो नहीं है जिहड़े तेनों देवां, जरूर तेरी मैं मदद करता, पर मैं हैगा जोतशी, मैनूं ग्रहां दी चाल पढ़नी आउंदी है, ते जे तू कहें तो मैं तेरे किसी बच्चे नूं ये सिखा दिना फ्री। वो भी ग्रह चाल देख के ते वो भविख दस दिया करेगा। वो कहंदी भी तू रहण दे पुत्र। कहंदा नहीं माता फिर मैं तेरी सेवा को करनी चाहना, तू मेरी जान बचाई,
मैं तेरे बच्चों को जोतिष सिखा देना। वो भी ग्रह चाल वेख के इन्हां तारियां नक्षत्रां दी दस दिया करनगे। वो कहंदी मैं तू मेरे बच्चों को ये ना सिखा, सगों मैं तेनों एक गल सिखाउणी आ भी जदों तुरना हुंदा थल्ले नूं वेख के तुरिया कर। तू सूरज वेंदा जाना किहड़े घर च, अगले बन्ने आप खूह च जा पिया, दूजे नूं तू खेह दसणी, आप दा तां तैनूं पता नहीं लगन डिया भी अगले बन्ने खूह आ गया, मैं जा पैण लगा। तू किसे नूं की दसेंगा? तू ग्रह चाल वेंदा वेंदा आप पहला खूह च जा पिया, दूजे नूं तू की दस देना? तू ना सिखा किसे नूं। तू मेरी गल चेते रख भी थल्ले नूं वेख के तुरिया कर जदों तुरदा हुंदा। अज भी फिरदे वो फलत दे जोशी बथेरे जिन्होंने आप अपना ना ही दसना हुंदा, बस वो कहंदे मैं हुणे तेरी ग्रह चाल वेख देना जी, कख पता नहीं हुंदा। यह जग अंधा सा वंध कमावे बिन गुर मग ना पाए। कहंदे अन्ने जिथे सारे आगू बने फिरदे आ, ते अन्ने ने ते अन्नियां वाले कर्म करने, गुरु तो बिना कौन मार्ग दसे? अन्ना नहीं किसी नूं रस्ता दस सकदा हुंदा। जिन्हों आप नूं साध संगत जी डंगोरी नाल तुरना पैंदा, वो किसी दूजे नूं की रस्ता दसे? नानक सतगुर मिले तां अखी वेखै, घरे अंदर सच पाए। कहंदे गुरु साहब मिलन ते फिर अंदरलियां अखां नाल देख सकीदा परमात्मा। से अखड़ियां बयान जिन्हें दसंदो मां पीरी महाराज ने बचन कीते। गुरु साहब जी दे नाल मिलाप दा इह फल है, वो ज्ञान दे नेत्र खोल देंदे, जिस करके सोझी आ जाती। नानक सतगुर मिले तां अखी वेखै, घरे अंदर सच पाए। कहंदे बस फिर अपने अंदरों ही हिरदे घर चों वो सत स्वरूप अकाल पुरख वाहिगुरु की प्राप्ति हो जाती। सोठ महला तीजा बिन सतगुरु सेवे बहुता दुख लागा। कहंदे सतगुरु की सेवा कीते तो बिना गुरमुखों बहुत दुखी हुंदा बंदा। कई जन्म इदां निकल जाते दुख च। जुग चारे भरमाई, चारां जुगां च कहंदे उन्हें भरमदे ही फिरना जिहड़ा गुरु की सेवा तो बाहर हो गया। बिन सतगुर सेवे बहुता दुख लागा, जुग चारे भरमाई। कहंदे चारां जुगां च कोई समा तब्दील हुंदा जावेगा पर उहदी किस्मत तब्दील नहीं होनी। क्यों? क्योंकि सतगुरु तो बाहर हो गया ना। बिन सतगुर सेवे कदे सेवा ही नहीं की। कहंदे सुख लभदा फिरदा। हम दीन तुम जुग जुग दाते। आख्या महाराज असीं ते दीन आ। दीन हुंदा साध संगत जी गरीब मंगण वाला। तुसी महाराज दाते जी, और हरेक युग विच तुसी दाते हो। क्योंकि समा बदलण नाल साध संगत जी गुरु साहब का सुभाव नहीं बदलता। वो सदा लई दाते ते सदा लई दाते बस। गुरु सदा मुक्ति बख्शदा ते सदा ही बख्शदा। समा बदलण नाल उन्हां दी समर्था घटदी नहीं हैगी। हम दीन तुम जुग जुग दाते। आख्या महाराज असीं दीन आ, तुसीं हरेक युग विच दाते जी। सबदे देह बुझाई। आप जी कृपा करके अपना पवित्र उपदेश बख्श के सानू समझ दे दिओ, सोझी बख्श दिओ जी। हार जियो कृपा करो तुम प्यारे। हे अकाल पुरख वाहिगुरु जी तुसीं साडे ते भी कृपा करो, सानू भी सोझी बख्शो। हार जियो कृपा करो तुम प्यारे, सतगुरु दाता मेल मिलाव। हुण केड़ी कृपा करो? पहली पंक्ति च कृपा मंगी है। हार जियो कृपा करो तुम प्यारे। हुण केड़ी कृपा जी? हम सतगुरु दाता मेल मिलावो, हर नाम देवो आधारे। तुसीं सतगुरु दाते नाल मेल करा दिओ महाराज, ये कृपा साडे ते कर दिओ बस। दाता स्वरूप सतगुरु सानू मिल पवे, यह तुहाडी कृपा ही होवेगी जे असीं पूरे गुरु दे लड़ लग जावांगे। ये कृपा तुसीं कर दिओ। क्योंकि कई बार बंदा साध संगत जी भटकदा होया बेचारा प्यासा ते हुंदा, अभिलाषा ते मन च हुंदी, पर पूरे दी थां ते अधूरे दे पल्ले पै जांदा। इन्नी पछाण करनी आउंदी नहीं हुंदी कौन पूरा कौन अधूरा। अपनी वल्लों तां ठीक थां ते गया हुंदा पर अगले बन्ने वो पूरा हुंदा नहीं। ते कबीर साहब कहंदे ने जिहड़ा पूरा नहीं गुरमुखो वो पार नहीं उतार सकदा। काचे गुर ते मुक्त ना हुआ, कबीर साहब दे बचन। कहंदे कच्चे ने थोड़ो तुहानू पार ला देना। इसलिए ये आख्या मार हे अकाल पुरख वाहिगुरू तेरी कृपा होवेगी जे पूरा गुरु मैनू मिल पवे तां तुसीं कृपा करके मैनू पूरा मिलाओ।
सतगुर दाता मेल मिलावो हर नाम देवो आधारे। जिहड़ा साडे मन ते तन दा आसरा नाम है वो सानू वो गुरु कोलों प्राप्त हो जावे। हे परमात्मा तू कृपा करके ऐसे पूरे गुरु नू मिला, तेरी कृपा सदका है होना। क्योंकि जो सोझी आ जाती ना फिर पता लगता पूरे ते अधूरे च फर्क की सी। भाई मंझ नू पंजवें पातशाह जी ने इहो आख्या सी, जदों उहनूं सोझी आई ना आ ते मुल्तानों वापस रहा सी। चलो कोई पिछला संस्कार चंगा सामने आया तो महाराज नूं मत्था टेकता जाके गुरु अर्जन देव साहब जी। जदों हजूरी च बैठा फिर सोझी आई, वो मैं कित्थे तुरिया फिरदा, यह गल तां इत्थे सी असल च पूरी। फिर पंजवें पातशाह जी नूं आख्या महाराज मैनूं सिक्खी दिओ। महाराज ने आख्या सिक्खी तो सिक्खी थोड़ा टिकदी हुंदी, तू तो पहले ही किसी का सिख, वो चलन दे उत्थे। कहंदा नहीं महाराज मैनूं हुण सोझी आ गई भी मैनूं तुसीं अपना सिख बनाओ। तो महाराज ने आख्या साडा तां बन सकदा जे वो पहली छड्डेगा ते, जे भांडा पहला ही भरिया तो दूसरी वस्तु तां नहीं ना पैनी। कहंदा महाराज छड्ड देंगा। गुरु साहब कहंदे देख ला भी औखा काम है। कहणगे तैनूं लोग तेरा परिवार तेरे पिंड वाले, कहंदा हुण लोग जो मर्जी कहण जी तुसीं मैनूं मेरे ते किरपा करो मैं वो छड्ड दिंदा। फिर महाराज ने साध संगत जी उन्होंने सिक्खी की दात दी, क्योंकि पूरे से ना उन्होंने सोझी आ गई भी यह गल पूरे तो बननी। फिर जांदिया पहला उन्हें सरवर की जगह ढाई अपने घरों, सब बेटा उटा चक के मारिया। हुण ऐसी परख की घड़ी पई, वो चौधरी सी पिंड का, देखो घोड़ी मर गई, मझां मर गई, तबेला खाली हो गया, काम सारा परेशानी आ गई। लोग आखण लग पे वेख्या तू जगह ढाती घरों, चंगा भला तू मनदा सा, एक बारी सारी संगत रह के तू मुल्तान जाना साल च भी तू ये ढा दिता सारा कुछ, तां तैनूं परेशानी आई। वो कहंदा हुण जो हैगा तां भी मैं पंजवें पातशाह दा पल्ला नहीं छड्डना। बड़ा करड़ा इम्तिहान महाराज ने लिया, तुसीं बहुत वार गुरमुखां तो सुनिया। अखीर खूह विच डिग्गा सी जदों पंजवें पातशाह जी ने जाके आप नंगे चरनी जाके फिर दरबार साहब वाले थां तो, वो देखो जिथे भाई मंझ दा खूह है सुल्तानविंड पिंड दे बाहर-बाहर, अंदाजे नाल ओह 3 मील पैंडा होवेगा घट्टो घट्ट हरमंदर साहब तो। ते महाराज नंगे चरनी गए, सिख भज्जे पिछे महाराज ने। तो महाराज ने आख्या आ जा भाई बाहर। कहंदा जी आ पहला पंड जिहड़ी सुक्की मैं ये लैके खड़ा सिर ते, ये पहला बाहर कढ लो, क्योंकि लंगरां च पाउणी मेरा तो नियम है, ये लंगर च पहुंच जावे। महाराज ने पहला पंड ही कढ़ी, फिर उन्होंने कढ़िया। फिर महाराज ने गल ला के सब कुछ ही दे दिता उन्होंने, जो पहला चले गया सी ना, घोड़ियां मझां कारोबार। महाराज ने गल ना ला के आख्या सी मंझ प्यारा गुरु को गुर मंझ प्यारा, मंझ गुरु का बोए था जग लंघण हारा। कहंदे जा भाई मंझ तेनों असीं अपना जहाज ही बना दिता, जिहड़ा तेरे चरनां नाल जुड़ जाएगा वो भी समझ लो नाम दे जहाज ते चढ़ गया, वो भी पार ही उतर जाएगा। जा हुण लंगर चला तू अपने पिंड, ते दोने लंगर चला, शब्द दा प्रशादियां दा। उदों फिर भाई मंझ ने आख्या महाराज लंगर दा ते आप नूं संसा बणिया ते चलाउणा काहदे नाल। गुरु साहब ने आख्या हुण सारा कुछ तेनों वापस करता भाई, कोई चीज तेरे तो लुकाई नहीं, हाथ तेरा ते खीसा मेरा। महाराज ने आख्या बस तू ऐं समझ ला भी जेब जिहड़ी है तेरे लगी है साडी है, तू हथ पा पा के कड्ढी जाना बस इहदे च। ते वाकई उन्हें इन्ना वड्डा लंगर चलाया जी। फिर सब कुछ महाराज ने पदार्थ वापस ही दे दिते, पर इस गल की सोझी आ गई सी भी पूरे तो ही असल विच पूरी पैनी। गुरमुखो जिन्हों पहला मानता सी, पहला तो भरम च सी, उन्होंने भी पूरा ही समझदा होना। फिर जो महाराज नूं मत्था टेकिया, बैठा महाराज की हजूरी च, उत्थे बैठ के समझ आई भी नहीं नहीं ये तो काम गलत हो रहा बई, पूरियां दी ते आहा कृपा लैनी पैनी। सतगुर दाता मेल मिलाओ हर नाम देवो आधारे। कहंदे महाराज ये मेरे ते कृपा कर दे, मैनूं दाता सतगुरु मिल पवे, नाम दे देवे, क्योंकि नाम आसरा है। और हाउ बसराम दे के कृपा करे, मनसा मार दुबदा सह सुमानी। हाँ पूरे नाल मिलदा गुरमुखो ये फल है, ते फिर बुद्धि विचों दुबदा खत्म हो जाती। मनसा छोटी हिस्सा नूं भी कहिंदे ने, ते मनसा बुद्धि नूं भी आखीदा। मनसा मार दुबदा सह सुमानी, कहंदे गुरमुखो बुद्धि चों दुबदा खत्म हो जाती, फिर ये पूरे गुरु की कृपा। फिर ज्ञान विच बुद्धि जिहड़ी है समाउंदी, इहदे च दचित्ता जिहड़ी दचित्ती हुंदी वो खत्म हो जाती, दुबदा नहीं फिर रहिंदी।
मनसा मार दुबदा सह समानी पाया नाम अपारा। कहते पारावार तो परे नाम पा लिया, गुरु पूरा मिल गया, इस करके बुद्धि चों दुबदा खत्म हो, क्योंकि दुबदा के बाबत 5-4 बारी बचन आया, आप चंगी व्याख्या कल परसों की सी। हर रस चाख मन निर्मल होवा, कहते हुण तो मन पवित्र हो गया, क्योंकि हरी रस चख लिया, हुण आनंद आउंदा नाम चों। ते जिवें जिवें वो रस चखदा तिवें तिवें मन की पवित्रता बन रही। हर रस चाख मन निर्मल होवा, किल बिख काटण हारा, कहते नाम गुरमुखो पाप कट दिंदा। पाप किल बिख वड्डे 4 पापां नूं कहंदे ने, 4 वड्डे पापां नूं कहंदे ब्राह्मण कैली कात कंजका अणचारी का तान, ये 4 जिहड़े वड्डे मन्ने गए। कहंदे ये भी उतर जांदे गुरमुखो, परमात्मा दा नाम ते सारे पाप कट दिंदा, सारे दुखां दी निवृत्ति हुंदी। शब्द मरो फिर जीवो साधी, कहंदे शब्द करके गुरमुखो जिहड़े जीवत भाव तो मरे असल विच सदा जिउंदे हो जांदे, सदा। जे महाराज कहंदे ना अकाल पुरख वर पाया विनाशी, ना कदे मरे ना जाया। कहंदे हुण ते मैं ऐसा वर प्राप्त कर लिया, ऐसा कंत मैनूं मिलिया, हुण मैं सदा दी सुहागण है, क्योंकि उन्हें किते जाना ही नहीं। बाकी तो आउंदे जांदे रहिंदे ना दुनिया ते मनुख, परमेश्वर ऐसा कंत है जिहड़ा सदा रहिंदा। इस करके कहंदे मैं हुण ओह प्राप्त कीता। शब्द मरो फिर जीवो साधी, कहंदे शब्द द्वारा करी अपना मन मार लो, सदा ही जीउंदे रहोगे, फिर सदा ही जीउंदे। क्योंकि शरीर नूं तां साध संगत जी असल च अपना आपा मानदे नहीं गुरमुख, ते शरीर की मौत नूं मौत भी नहीं मानते। शरीर नहीं कदे सदा भी रहिंदा किसी का, पर महाराज ते कहंदे ब्रह्म ज्ञानी साध जीव है, वो सदा ही जीउंदा। इसलिए कहंदे तुसीं सदा दा जीवन प्राप्त कर लोगे। शब्द मरो फिर जीवो साधी, तां फिर मरण ना होई। कहंदे फिर गुरमुखो मरण नहीं हुंदा। फिर सदा दा जीवन है, क्यों परमात्मा सदा रहना, जिहड़ा परमेश्वर च भेद होया उन्हें सदा ही रहना गुरमुखो। फिर उन्हें कित्थे, जिवें परमात्मा हाजिर है, ये भी सच्ची गल है भी शरीर उन्हां दा नहीं हुंदा ब्रह्म ज्ञानियां दा, पर हुंदे हाजिर ही है, किते भी नहीं गए। क्यों? क्योंकि किते उन्हां दे प्राण थोड़ो, उन्हां दी कोई मंजिल दूर थोड़ो, परमेश्वर च भेद होना हुंदा, परमेश्वर सर्वव्यापी है। इसलिए आख्या ब्रह्म ज्ञानी साध जीवे, वो साध जीवे भी है और साध हाजिर भी है, किते भी नहीं गया हुंदा। शब्द मरो फिर जीवो साधी, तां फिर मरण ना होई। कहंदे फिर मौत नहीं हुंदी गुरमुखो, तां करके फिर उन्हां गुरमुखां दा ब्रह्म ज्ञानियां दा मरना नहीं हुंदा। इसलिए बाबे दीप सिंह ने आख दिता सी भी मैनू मौत मार नहीं सकती जिन्नी देर तक हरमंदर साहब आजाद ना करवा ला। सौखा नहीं सी काम में मौत नाल टाकरा करना। मौत तो शरीर ही खत्म कर सकती सी, वो उन्हें कर दिता सिर ला के, पर उन्हें अपना सिर तली ते रख लिया। तू नहीं मेरे जोरावर नहीं हैगी तू, क्यों? क्योंकि ब्रह्म ज्ञानी नूं नहीं मार सकती, शरीर तो नहीं भावें उन्होंने सदा रखना हुंदा। इसलिए आख्या शब्द मरो फिर जीवो साधी, तां फिर मरण ना होई। अमृत नाम सदा मन मीठा, शब्दे पावे कोई। कहंदे कोई गुरु दे उपदेश द्वारा जदों नाम दा अभ्यास करदा, फिर उहदे मन नूं नाम मिठा लगन लग पैंदा। असल च हुंदा है सदा ही मिठा, पर किसी कारण करके पहला लग नहीं रहा हुंदा मिठा। अमृत नाम सदा मन मीठा, बस फिर उन्हां गुरमुखां दे मन नूं सदा ही नाम मिठा लगन लग पैंदा। हर बिन कछू ना लग गई भगतन को मीठा, आख्या ना महाराज ने। कहंदे हरि नाम तो बिना भगतां नूं कुछ मिठा नहीं लगता गुरमुखो। पर जे बंदा बीमार होवे फिर नहीं साध संगत जी रस आउंदा हुंदा, ते जदों आउण लग पैंदा मन, जदों मन नरोआ हो जाए फिर इहनूं रस आउण लग पैंदा, फिर इह पता लग जांदा इह ते सदा ही मिठा सी भाई। अमृत नाम सदा मन मीठा, शब्दे पावे कोई। कहंदे कोई कोई हुंदा महाराज दे शब्द दा अभ्यास करके ते फिर इस मिठास नूं, इस रस नूं चखदा। पर निर्णय करने वाले गुरमुख कहंदे कहंदे पहलां तां इह लूणी सिल वर्गा ही हुंदा काम, जिवें सिल नूं कोई चट्टे तां उहदे चों कोई रस भी नहीं आउणा, पर फिर आउण लग पैंदा।
ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਕਹਿੰਦੇ ਉਸ ਦਾਤੇ ਨੇ ਇਹ ਨਾਮ ਦੀ ਦਾਤ, ਇਹ ਬਖਸ਼ਿਸ਼ ਆਪਣੇ ਹੱਥ 'ਚ ਰੱਖੀ ਹੈ, ਜਿਹੜਾ ਉਹਨੂੰ ਭਾ ਜਾਂਦਾ ਉਹਨੂੰ ਦੇ ਦਿੰਦੇ। ਜਿਹੜਾ ਮਹਾਰਾਜ ਨੂੰ ਭਾਵੇਗਾ ਉਹਨੂੰ ਸੱਚੇ ਪਾਤਸ਼ਾਹ ਜੀ ਉਹਦੀ ਝੋਲੀ 'ਚ ਸਾਧ ਸੰਗਤ ਜੀ ਦਾਤ, ਕਿਉਂਕਿ ਦਾਤ ਦਾਤੇ ਦੇ ਆਪਣੇ ਹੱਥ 'ਚ ਹੈ, ਚਲਾਕੀ ਕਰਕੇ ਨਹੀਂ ਕੋਈ ਲੈ ਸਕਦਾ, ਕੋਈ ਸਿਆਣਪਨਾ, ਕੋਈ ਚਤਰਾਈ ਨਾ, ਕਿਉਂਕਿ ਇਹ ਸਿਰਫ ਇੱਕ ਇਹ ਚੀਜ਼ ਹੈ, ਇੱਕ ਜਨਮ ਮੌਤ ਦੀ ਕਲਾ ਜਿਹੜੀ ਉਹਨੇ ਆਪਣੇ ਹੱਥ 'ਚ ਰੱਖੀ। ਦਾਤ ਹੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵ ਹੈ ਤਿਸ ਦੇਈ। ਜਿਹਨੂੰ ਮਰਜ਼ੀ ਦੇਵੇ ਜੀ ਉਹ, ਜਿਹੜਾ ਉਹਨੂੰ ਭਾਉਂਦਾ ਉਹਨੂੰ ਦੇ ਦਿੰਦਾ। ਨਾਨਕ ਨਾਮ ਰਤੇ ਸੁਖ ਪਾਇਆ। ਜਿਹੜੇ ਨਾਮ ਰੰਗ ਵਿੱਚ ਰੰਗੇ ਨੇ ਉਹਨਾਂ ਸਦਾ ਦਾ ਸੁਖ ਪ੍ਰਾਪਤ ਕੀਤਾ। ਰਤੇ ਦਾ ਅਰਥ ਹੁੰਦਾ ਰੰਗ ਚੜਿਆ ਹੋਇਆ। ਜਿਨ੍ਹਾਂ ਦੇ ਮਨ ਨੂੰ ਮਹਾਰਾਜ ਜੀ ਦੇ ਨਾਮ ਦਾ ਰੰਗ, ਗੁਰੂ ਸਾਹਿਬ ਜੀ ਦੇ ਚਰਨਾਂ ਦੇ ਪ੍ਰੇਮ ਦਾ ਰੰਗ ਚੜਿਆ, ਗੁਰਮੁਖੋ ਕਹਿੰਦੇ ਦੇਖ ਲਿਓ ਉਹਨਾਂ ਨੂੰ ਪੁੱਛ ਕੇ, ਉਹ ਸਦਾ ਸੁਖੀ ਹੁੰਦੇ, ਸਦਾ ਸੁਖੀ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਾਹ ਜਾਪੈ ਸੋਈ। ਕਹਿੰਦੇ ਪ੍ਰਮਾਤਮਾ ਦੀ ਦਰਗਾਹ ਵਿੱਚ ਵੀ ਉਹੋ ਹੀ ਗੁਰਮੁਖ ਜਾਣੇ ਜਾਂਦੇ ਆ ਜਿਨ੍ਹਾਂ ਦਾ ਮਨ ਨਾਮ 'ਚ ਰੰਗਿਆ ਹੁੰਦਾ, ਉਹਨਾਂ ਨੂੰ ਸਦਾ ਦਾ ਸੁਖ। ਕਿਉਂਕਿ ਸਰੀਰ ਦੇ ਦੁੱਖ ਤੋਂ ਅਸਲ ਵਿੱਚ ਉੱਪਰ ਉੱਠ ਕੇ ਹੁੰਦੇ, ਫਿਰ ਉਹ ਦੁੱਖ ਉਹਨਾਂ ਨੂੰ ਵਿਆਕਲ ਨਹੀਂ ਕਰਦਾ। ਬਾਬਾ ਬਿਸ਼ਨ ਸਿੰਘ ਜੀ ਜਿਹੜੇ ਤਰਨੇ ਦਲ ਦੇ ਮੁਖੀ ਸੀ, ਬੜਾ ਭਾਰਾ ਸਰੀਰ ਉਹਨਾਂ ਦਾ ਹੋ ਗਿਆ ਤੇ ਬੈਠੇ ਰਹਿੰਦੇ ਸੀ ਸਦਾ ਪਲੰਗੇ ਤੇ। ਪਰ ਐਸੀ ਸੇਵਾ ਬਹੁਤ ਕੀਤੀ ਸੀ, ਪਹਿਲਾਂ ਬਹੁਤ ਸੇਵਾ ਕੀਤੀ ਉਹਨਾਂ ਨੇ। ਫਿਰ ਮਹਾਰਾਜ ਦੀ ਖੁਸ਼ੀ ਪ੍ਰਾਪਤ ਹੋਈ ਤੇ ਉਹ ਸਰੀਰ ਭਾਰਾ ਸੀ ਤੇ ਇੱਕ ਵਾਰੀ ਉਹਨਾਂ ਦੀ ਲੱਤ ਖਰਾਬ ਹੋ ਗਈ ਤੇ ਸੇਵਾਦਾਰਾਂ ਨੇ ਆਖਿਆ ਵੀ ਡਾਕਟਰ ਸੱਦੀਏ। ਉਹ ਕਹਿੰਦੇ ਨਹੀਂ, ਲੋੜ ਨਹੀਂ। ਕਹਿੰਦੇ ਜੇ ਡਾਕਟਰ ਨੂੰ ਬੁਲਾ ਲਈਏ, ਖਰਾਬ ਹੁੰਦਾ ਜਾਂਦਾ ਕੰਮ। ਕਹਿੰਦੇ ਨਹੀਂ, ਕੋਈ ਨਹੀਂ, ਰਹਿਣ ਦਿਓ, ਜ਼ਰੂਰਤ ਨਹੀਂ। ਕਹਿੰਦੇ ਚਲੋ ਜੀ, ਫਿਰ ਜੇ ਤੁਸੀਂ ਡਾਕਟਰ ਨਹੀਂ ਬੁਲਾਉਣਾ ਤਾਂ ਆਪਾਂ ਤੁਹਾਨੂੰ ਉੱਥੇ ਲੈ ਜਾਂਦੇ ਹਾਂ। ਕਹਿੰਦੇ ਤੁਹਾਨੂੰ ਕੀ ਪਰੇਸ਼ਾਨੀ ਹੈ? ਜਦੋਂ ਮੈਨੂੰ ਕੋਈ ਪਰੇਸ਼ਾਨੀ ਨਹੀਂ, ਤੁਹਾਨੂੰ ਕੀ? ਮਤਲਬ ਉਹ ਨਾਮ 'ਚ ਮਨ ਰੰਗਿਆ ਹੋਣ ਕਰਕੇ ਅਸਲ ਵਿੱਚ ਉਹ ਸੁੱਖ 'ਚ ਉਤਰ ਜਾਂਦੇ, ਫਿਰ ਦੁੱਖ ਪਹੁੰਚਦਾ ਹੀ ਨਹੀਂ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਾਹ ਜਾਪੇ ਸੋਈ। ਕਹਿੰਦੇ ਨਾਮ 'ਚ ਰੰਗ ਰੰਗੇ ਵਾਲੇ ਗੁਰਮੁਖੋ ਸਦਾ ਸੁਖੀ ਹੁੰਦੇ, ਦਰਗਾਹ ਵਿੱਚ ਵੀ ਉਹ ਹੀ ਜਾਣੇ ਜਾਂਦੇ ਨੇ। ਵਡਿਆਈ ਦਾ ਸਰੂਪਾ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਮਨ ਨੂੰ ਨਾਮ ਦਾ ਰੰਗ ਚੜਿਆ ਹੁੰਦਾ। ਇਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਕਿਰਪਾ ਕੀਤੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਬਹੁਤ ਸੇਵਾ ਕੀਤੀ। ਇਸੇ ਕਰਕੇ ਸੇਵਾ ਦਾ ਉਪਦੇਸ਼ ਮਹਾਰਾਜ ਜੀ ਨੇ ਕਿੰਨੀ ਵਾਰ ਦਿੱਤਾ। ਗੁਰੂ ਸਾਹਿਬ ਜੀ ਨੇ ਆਪ ਬਹੁਤ ਨਾਮ ਜਪਿਆ। ਅਜੇ ਤੱਕ ਉਹ ਕੰਧ ਵਿੱਚ ਕਿੱਲੀ ਜਿਹੜੀ ਹੈ ਉਹ ਚੁਬਾਰਾ ਸਾਹਿਬ ਗੁਰਦੁਆਰੇ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਯਾਦ ਆਪਾਂ ਨੂੰ ਦਿਵਾਉਂਦੀ ਹੋ। ਇਸ ਲਈ ਮਹਾਰਾਜ ਜੀ ਨੇ ਨਾਮ ਦਾ ਉਪਦੇਸ਼ ਵੀ ਦਿੱਤਾ। ਸੋ ਸਤਿਗੁਰੂ ਜੀ ਰਹਿਮਤ ਕਰਨ ਭਾਈ ਸਭ ਦੀ ਹਾਜ਼ਰੀ ਮਹਾਰਾਜ ਜੀ ਦੇ ਦਰ ਤੇ ਪ੍ਰਵਾਨ ਹੋਵੇ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਸੱਚੇ ਪਾਤਸ਼ਾਹ ਸਾਨੂੰ ਮਾਫ ਕਰ ਦੇਣ ਜੀ। ਬੁਰੇ ਭਲੇ ਹਮ ਥਾਰੇ, ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਸ਼ੁਭ ਗੁਣਾਂ ਦੀ ਦਾਤ ਬਖਸ਼ਣ। ਅਰਦਾਸ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਓ ਹਰੀ ਕਰਾ, ਮਨ ਜਿਨੇ ਵਸਾਇਆ। ਕਹੈ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ। ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰਾ ਸੁਆਮੀ। ਸੋ ਕਿਉ ਮਨ ਵਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ। ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੂ।